ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਗੁਰੂ ਦਾ ਸਾਜਿਆ ਹੋਇਆ ਹੈ। ਖਾਲਸੇ ਦੀ ਫਤਿਹ ਵੀ ਗੁਰੂ ਦੀ ਹੀ ਫਤਿਹ ਹੁੰਦੀ ਹੈ। ਗੁਰੂ ਨੂੰ ਧੰਨ ਕਿਹਾ ਗਿਆ ਹੈ, ਗੁਰੂ ਨੂੰ ਵਾਹ ਕਿਹਾ ਗਿਆ ਹੈ। ਅੱਜ ਦੇ ਇਸ ਪ੍ਰੋਗਰਾਮ ਵਿੱਚ जो सब्जेक्ट लिया गया है, जो टॉपिक लिया गया है, वो है जप बाणी दी पंजवीं पौड़ी दा उपदेश। जप बाणी जिसनों आपां जपजी साहिब भी आख दिंदे हां। जपजी दी पंजवीं पौड़ी दा उपदेश की है, इस बारे विचार करांगे। ਇਹ ਲੇਖ ਖਾਲਸਾ ਨਿਊਜ਼ ਆਨਲਾਈਨ ਉੱਤੇ ਪੋਸਟ ਹੋਇਆ ਸੀ, ਜਿਸ ਦੇ ਵਿਚਾਰ ਅੱਜ ਆਪਾਂ ਕਰਦੇ ਹਾਂ। ਜਪਜੀ ਬਾਣੀ ਦੀ ਪੰਜਵੀਂ ਪੌੜੀ ਦਾ ਉਪਦੇਸ਼ ਕੀ ਹੈ? ਸੰਖੇਪ ਤੌਰ ਤੇ ਪਾਰਬਤੀ, ਦੁਰਗਾ, ਸ਼ਿਵਾ, ਦੁਰਗਸ਼ਾ, ਭਵਾਨੀ ਦੇਵੀ ਨਾਲ ਸਿੱਖ ਜਗਤ ਦਾ ਕੋਈ ਲੈਣਾ ਦੇਣਾ ਨਹੀਂ ਹੈ। ਇਸ ਨੂੰ ਆਪਾਂ ਇਸਟੈਬਲਿਸ਼ ਕਰਦੇ ਹਾਂ। ਗੁਰੂ ਨਾਨਕ ਸਾਹਿਬ ਨੇ ਜਪਜੀ ਬਾਣੀ ਨੂੰ ਹਰ ਸਿੱਖ ਲਈ ਬਣਾਏ ਸਵੇਰ ਦੇ ਨਿਤਨੇਮ ਵਿੱਚ ਸ਼ਾਮਲ ਕਰ ਲਿਆ ਸੀ। ਗੁਰੂ ਅਰਜਨ ਸਾਹਿਬ ਵੱਲੋਂ ਇਸ ਰੀਤੀ ਨੂੰ ਪੋਥੀ ਸਾਹਿਬ ਰਾਹੀਂ ਲਿਖਤੀ ਰੂਪ ਵਿੱਚ ਪੱਕਾ ਕਰ ਦਿੱਤਾ ਗਿਆ। ਪੋਥੀ ਸਾਹਿਬ ਤੋਂ ਭਾਵ ਹੈ ਆਦਿ ਬੀੜ, ਜਿਸ ਦੇ ਲਿਖਾਰੀ ਭਾਈ ਗੁਰਦਾਸ ਜੀ ਸਨ। ਦਮਦਮੀ ਬੀੜ ਰਾਹੀਂ ਇਸ ਰੀਤੀ ਨੂੰ 10ਵੇਂ ਪਾਤਸ਼ਾਹ ਜੀ ਨੇ ਵੀ ਪ੍ਰਵਾਨਗੀ ਬਖਸ਼ ਦਿੱਤੀ ਸੀ। ਜਪਜੀ ਦੀ ਪੰਜਵੀਂ ਪੌੜੀ ਇਉਂ ਹੈ: ਥਾਪਿਆ ਨਾ ਜਾਇ, ਕੀਤਾ ਨਾ ਹੋਇ, ਆਪੇ ਆਪ ਹੀ ਨਿਰੰਜਨ ਸੋਇ। ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ। ਗਾਵੀਐ ਸੁਣੀਐ ਮਨ ਰਖੀਐ ਭਾਵ, ਦੁਖ ਪਰ ਹਰਿ ਸੁਖ ਕਰ ਲੈ ਜਾਇ। ਗੁਰਮੁਖੀ ਨਾਦੰ ਗੁਰਮੁਖੀ ਵੇਦੰ, ਗੁਰਮੁਖੀ ਰਹਾ ਸਮਾਈ। ਗੁਰ ਈਸ਼ਰ ਗੁਰੂ ਗੋਰਖ ਬ੍ਰਹਮਾ, ਗੁਰੂ ਪਾਰਬਤੀ ਮਾਈ। ਜੇ ਹਉ ਜਾਣਾ ਆਖਾਂ ਨਹੀਂ, ਕਹਣਾ ਕਥਨ ਨਾ ਜਾਈ। ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰੇ ਨਾ ਜਾਈ। ਇਹ ਪੰਜਵੀਂ ਪੌੜੀ ਜਪਜੀ ਦੀ। ਸਨ 1897 ਵਿੱਚ ਅੰਗਰੇਜ਼ ਸਰਕਾਰ ਅਤੇ ਅੰਗਰੇਜ਼ ਸਰਕਾਰ ਦੇ ਬ੍ਰਾਹਮਣਵਾਦੀ ਪਿੱਠੂ ਭਾਈ ਖੇਮ ਸਿੰਘ ਬੇਦੀ ਦੇ ਇਸ਼ਾਰਿਆਂ ਉੱਤੇ ਅੰਮ੍ਰਿਤਸਰ ਦੀ ਗੁਰਮਤਿ ਗ੍ਰੰਥ ਪ੍ਰਚਾਰਕ ਸਭਾ ਵੱਲੋਂ ਬਣਾਏ ਗਏ ਅਖੌਤੀ ਦਸ਼ਮ ਗ੍ਰੰਥ ਵਿੱਚ ਸ਼ਿਵ ਦੇਵਤੇ ਦੇ 12 ਜੋਤਰੀ-ਲਿੰਗਾਂ ਵਿੱਚੋਂ ਮਹਾਕਾਲ ਦੇਵਤੇ ਅਤੇ ਪਾਰਬਤੀ ਦੇ ਰੂਪ ਦੁਰਗਾ ਦੇਵੀ ਨੂੰ ਇਸ਼ਟ ਰੂਪ ਵਿੱਚ ਸਲਾਇਆ ਅਤੇ ਵਡਿਆਇਆ ਗਿਆ ਹੈ। ਦੁਰਗਾ ਦੇਵੀ ਲਈ ਹੋਰ ਕਈ ਨਾਂ ਵੀ ਇਸ ਗ੍ਰੰਥ ਵਿੱਚ ਵਰਤੇ ਗਏ ਹਨ, ਜਿਵੇਂ ਸ਼ਿਵਾ, ਭਗਉਤੀ, ਕਾਲਿਕਾ, ਚੰਡਿਕਾ, ਚੰਡ, ਭਵਾਨੀ, ਗ੍ਰਿਜਾ, ਦੁਰਗਸ਼ਾ ਆਦਿਕ। ਮਹਾਕਾਲ ਦੇਵਤੇ ਦੇ ਹੋਰ ਨਾਂ ਵੀ ਇਸ ਗ੍ਰੰਥ ਵਿੱਚ ਵਰਤੇ ਗਏ ਹਨ, ਜਿਵੇਂ ਕਾਲ, ਸਰਬਕਾਲ, ਸਰਬਲੋਹ, ਖੜਗਕੇਤ,
ਖੜਗਾ ਧੁਜ, ਆਸਿਕੇਤ, ਆਸਿਪਾਨ ਆਦਿਕ। ਮਹਾਕਾਲ ਦੇਵਤੇ ਦਾ ਮੰਦਰ ਮੱਧ ਪ੍ਰਦੇਸ਼ ਦੇ ਉਜੈਨ ਵਿੱਚ ਸਥਾਪਿਤ ਕੀਤਾ ਗਿਆ ਹੈ। ਪਾਰਵਤੀ ਦੇਵੀ ਦੇ ਵੱਖ-ਵੱਖ ਨਾਵਾਂ ਨਾਲ ਬਹੁਤ ਸਾਰੇ ਮੰਦਰ ਬਣੇ ਹੋਏ ਹਨ। ਇਹ ਤਾਂ ਸਪਸ਼ਟ ਹੈ ਕਿ ਦੁਰਗਾ ਦੇਵੀ ਅਤੇ ਮਹਾਕਾਲ ਦੇਵਤਾ ਹਿੰਦੂ ਮਤ ਵਿੱਚ ਪੂਜੇ ਜਾਂਦੇ ਹਨ। ਜਪਜੀ ਦੀ 5ਵੀਂ ਪੌੜੀ ਦੀ ਵਿਚਾਰ ਅਤੇ ਸਮਝ ਨਾਲ ਕਿਵੇਂ ਹਿੰਦੂ ਮਤ ਦੇ ਮਹਾਕਾਲ ਦੇਵਤੇ ਅਤੇ ਪਾਰਵਤੀ ਮਾਈ ਨੂੰ ਸਿੱਖੀ ਦੇ ਵਿਹੜੇ ਵਿੱਚੋਂ ਬਾਹਰ ਕੀਤਾ ਗਿਆ ਹੈ, ਹੁਣ ਇਸ ਨੂੰ ਸਮਝਦੇ ਹਾਂ। ਨੰਬਰ 1, ਪੌੜੀ ਵਿੱਚ ਰੱਬ ਪ੍ਰਤੀ ਵਿਚਾਰ। ਜਪਜੀ ਦੀ ਪੌੜੀ ਵਿੱਚ ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਹੀ ਨਿਰੰਜਨ ਸੋਏ। ਇਹ ਜਪਜੀ ਦੀ ਪੌੜੀ ਵਿੱਚ ਜੋ 2 ਪੰਕਤੀਆਂ ਹਨ, ਇਹਨਾਂ ਤੋਂ ਪਤਾ ਲੱਗਦਾ ਹੈ ਕਿ ਰੱਬ ਨੂੰ ਕਿਤੇ ਵੀ ਸਥਾਪਿਤ ਨਹੀਂ ਕੀਤਾ ਜਾ ਸਕਦਾ। ਥਾਪਿਆ ਨਾ ਜਾਏ, ਥਾਪੇ ਦਾ ਮਤਲਬ ਸਥਾਪਿਤ ਨਹੀਂ ਕੀਤਾ ਜਾ ਸਕਦਾ, ਇਸਟੈਬਲਿਸ਼ ਨਹੀਂ ਕੀਤਾ ਜਾ ਸਕਦਾ ਕਿਤੇ ਵੀ। ਇਹਦਾ ਅਰਥ ਹੈ ਥਾਪਿਆ ਨਾ ਜਾਏ, ਕੀਤਾ ਨਾ ਹੋਏ, ਨਾ ਹੀ ਕਿਸੇ ਦਾ ਕੀਤਾ ਹੋਇਆ ਜੋ ਅਕਾਲ ਪੁਰਖ ਹੈ, ਕਿਸ ਦਾ ਕੀਤਾ ਹੋਇਆ ਨਹੀਂ ਬਣ ਸਕਦਾ। ਉਸ ਨੂੰ ਕੋਈ ਬਣਾ ਨਹੀਂ ਸਕਦਾ ਤੇ ਉਸ ਨੂੰ ਕੋਈ ਬਣਾ ਕੇ ਸਥਾਪਿਤ ਵੀ ਨਹੀਂ ਕਰ ਸਕਦਾ। ਰੱਬ ਆਪਣੇ ਆਪ ਤੋਂ ਹੀ ਹੈ ਜੋ ਕਿਸੇ ਦਾ ਕੀਤਾ ਹੋਇਆ ਨਹੀਂ ਹੈ। ਸੋ 2 ਗੱਲਾਂ ਪਤਾ ਲੱਗੀਆਂ ਇਸ ਤੋਂ। ਇੱਕ, ਰੱਬ ਨੂੰ ਕਿਤੇ ਸਥਾਪਿਤ ਨਹੀਂ ਕੀਤਾ ਜਾ ਸਕਦਾ। ਦੂਜਾ, ਉਹ ਕਿਸੇ ਦਾ ਬਣਾਇਆ ਨਹੀਂ ਬਣ ਸਕਦਾ। ਮਹਾਕਾਲ ਦੇਵਤੇ ਦੀ ਜਪਜੀ ਦੀ ਪੌੜੀ ਦੀ ਕਸਵੱਟੀ ਨਾਲ ਪਰਖ। ਰੱਬ ਸਥਾਪਿਤ ਨਹੀਂ ਕੀਤਾ ਜਾ ਸਕਦਾ, ਇਹ ਜਪਜੀ ਦੀ ਪੌੜੀ ਦਾ ਉਪਦੇਸ਼ ਹੈ। ਪਰ ਮਹਾਕਾਲ ਦੇਵਤੇ ਨੂੰ ਉਜੈਨ ਦੇ ਮਹਾਕਾਲ ਮੰਦਰ ਵਿੱਚ ਸਥਾਪਿਤ ਕੀਤਾ ਗਿਆ ਹੈ। ਫਿਰ ਮਹਾਕਾਲ ਦੇਵਤਾ ਸਿੱਖਾਂ ਲਈ ਰੱਬ ਕਿਵੇਂ ਹੋ ਗਿਆ? ਰੱਬ ਕਿਸੇ ਦਾ ਕੀਤਾ ਹੋਇਆ ਵੀ ਨਹੀਂ ਹੈ, ਜਦੋਂ ਕਿ ਮਹਾਕਾਲ ਦੇਵਤਾ ਕਿਸੇ ਮੂਰਤੀ ਰੂਪ ਵਿੱਚ ਕਿਸੇ ਬੁੱਤ ਘਾੜੇ ਦਾ ਕੀਤਾ ਜਾਂ ਬਣਾਇਆ ਹੋਇਆ ਹੈ। ਫਿਰ ਮਹਾਕਾਲ ਦੇਵਤਾ ਸਿੱਖਾਂ ਲਈ ਰੱਬ ਕਿਵੇਂ ਹੋ ਗਿਆ? ਰੱਬ ਕਿਉਂਕਿ ਕਿਤੇ ਸਥਾਪਿਤ ਨਹੀਂ ਕੀਤਾ ਜਾ ਸਕਦਾ, ਇਸ ਲਈ ਰੱਬ ਦੀ ਕੋਈ ਮੂਰਤੀ ਨਹੀਂ ਬਣਾ ਸਕਦਾ। ਮਹਾਕਾਲ ਦੇਵਤੇ ਦੀ ਮੂਰਤੀ ਵੀ ਬਣੀ ਹੋਈ ਹੈ। ਫਿਰ ਮਹਾਕਾਲ ਦੇਵਤਾ ਸਿੱਖਾਂ ਲਈ ਰੱਬ ਕਿਵੇਂ ਹੋ ਸਕਦਾ ਹੈ? ਕਿਉਂਕਿ ਇਹ ਉਭਾਰਿਆ ਜਾ ਰਿਹਾ ਹੈ ਕਿ ਅਖੌਤੀ ਦਸ਼ਮ ਗ੍ਰੰਥ ਵਿੱਚ ਜੋ ਮਹਾਕਾਲ ਹੈ ਇਹ ਰੱਬ ਹੈ, ਇਹ ਸਿੱਖਾਂ ਦਾ ਰੱਬ ਹੈ। ਇਹ ਗੱਲ ਪ੍ਰਚਾਰੀ ਜਾ ਰਹੀ ਹੈ। ਰੱਬ ਕਿਸੇ ਹੋਰ ਹਸਤੀ ਦਾ ਰੂਪ ਜਾਂ ਸਰੂਪ ਨਹੀਂ ਹੈ, ਜਦੋਂ ਕਿ ਮਹਾਕਾਲ ਦੇਵਤਾ ਸ਼ਿਵ, ਜੋ ਦੇਵਤਾ ਸ਼ਿਵਜੀ ਦੇਵਤਾ ਹਿੰਦੂ ਮਾਤਾ, ਉਸ ਦੇਵਤੇ ਦਾ 12 ਰੂਪਾਂ ਵਿੱਚੋਂ ਇੱਕ ਰੂਪ ਹੈ। ਫਿਰ ਮਹਾਕਾਲ ਦੇਵਤਾ ਸਿੱਖਾਂ ਦਾ ਰੱਬ ਕਿਵੇਂ ਹੋ ਗਿਆ? ਕਿਉਂਕਿ ਰੱਬ ਕਿਸੇ ਹੋਰ ਹਸਤੀ ਦਾ ਸਰੂਪ ਨਹੀਂ, ਰੂਪ ਨਹੀਂ। ਮਹਾਕਾਲ ਦੇਵਤਾ ਇੱਕ ਸ਼ਿਵ ਜੀ ਦਾ ਰੂਪ ਹੈ। ਬਾਣੀ ਦੀ ਕਸਵੱਟੀ ਅਨੁਸਾਰ ਸਪਸ਼ਟ ਹੋ ਗਿਆ ਕਿ ਮਹਾਕਾਲ ਹਿੰਦੂ ਮਤ ਵਿੱਚ ਇੱਕ ਦੇਵਤਾ ਹੈ ਜੋ ਸਰਵ ਵਿਆਪਕ ਰੱਬ ਨਹੀਂ ਹੈ। ਬੜੇ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਕਹੇ ਜਾਂਦੇ ਹੋ ਚੁੱਕੇ ਕੁਝ ਧੁਰੰਧਰ, ਕਥਾਵਾਚਕ ਅਤੇ ਵਿਦਵਾਨ ਮਹਾਕਾਲ ਦੇਵਤੇ ਨੂੰ ਸਿੱਖਾਂ ਦਾ ਰੱਬ ਦੱਸਦੇ ਰਹੇ ਤਾਂ ਜੋ ਅਖੌਤੀ ਦਸ਼ਮ ਗ੍ਰੰਥ ਨੂੰ ਬਚਾਇਆ ਜਾ ਸਕੇ ਅਤੇ 10ਵੇਂ ਗੁਰੂ ਜੀ ਦੇ ਨਾਂ ਲਾਇਆ ਜਾ ਸਕੇ। ਹੁਣ ਵੀ ਕਈ ਚੋਟੀ ਦੇ ਕਥਾਵਾਚਕ ਇਹਨਾਂ ਦੇ ਪਦ ਚਿੰਨ੍ਹਾਂ ਉੱਪਰ ਚੱਲ ਕੇ ਅਜਿਹੀ ਦੁਹਾਈ ਪਾ ਰਹੇ ਹਨ ਜੋ ਸਿੱਖ ਕੌਮ ਵਾਸਤੇ
ਬਹੁਤ ਵੱਡੀ ਫੁੱਟ ਦਾ ਕਾਰਨ ਇਹ ਕਰਮ ਜਿਹੜਾ ਹੈ ਦਵਾਈ ਪਾਉਣ ਵਾਲਾ ਬਣ ਚੁੱਕਾ ਹੈ। ਸਿੱਖੀ ਵਿਰੋਧੀ ਸ਼ਕਤੀਆਂ ਦਾ ਸਦਾ ਹੀ ਇਹ ਨਿਸ਼ਾਨਾ ਰਿਹਾ ਹੈ ਕਿ ਸਿੱਖਾਂ ਨੂੰ ਕਮਜ਼ੋਰ ਕਰਨ ਦਾ ਸਾਧਨ ਉਹਨਾਂ ਨੂੰ ਆਪਸ ਵਿੱਚ ਲੜਾਉਣਾ ਅਤੇ ਭਰਾ ਮਾਰੂ ਜੰਗ ਵਿੱਚ ਉਲਝਾਉਣਾ ਹੀ ਹੈ, ਅਤੇ ਇਸ ਨਿਸ਼ਾਨੇ ਦੀ ਪ੍ਰਾਪਤੀ ਵਿੱਚ ਅੰਗਰੇਜ਼ ਸਰਕਾਰ ਵੀ ਸਫਲ ਹੋਈ ਅਤੇ ਮੌਜੂਦਾ ਅਜਿਹੀਆਂ ਜਥੇਬੰਦੀਆਂ ਵੀ ਸਫਲਤਾ ਵੱਲ ਵਧ ਰਹੀਆਂ ਹਨ ਜਾਂ ਵੱਧ ਚੁੱਕੀਆਂ ਹਨ ਕਹਿ ਸਕਦੇ ਹਾਂ। ਕਿਸੇ ਦੇਵਤੇ ਨੇ ਰੱਬ ਨੂੰ ਨਹੀਂ ਬਣਾਇਆ। ਕਿਉਂਕਿ ਰੱਬ ਜਿਹੜਾ ਉਹ ਕੀਤਾ ਨਾ ਹੋਏ। ਕਿਸੇ ਦੇਵਤੇ ਨੇ ਰੱਬ ਨੂੰ ਨਹੀਂ ਬਣਾਇਆ, ਰੱਬ ਕੀਤਾ ਨਾ ਹੋਏ, ਸਗੋਂ ਰੱਬ ਤੋਂ ਹੀ ਸਾਰੀ ਸ੍ਰਿਸ਼ਟੀ ਹੋਂਦ ਵਿੱਚ ਆਈ ਹੈ। ਮਹਾਕਾਲ ਨੂੰ ਰੱਬ ਆਖ ਕੇ ਬਹੁਤੇ ਸਿੱਖ ਖੁਦ ਹੀ ਗੁਰੂ ਨਾਨਕ ਸਾਹਿਬ ਜੀ ਦੇ ਜਪਜੀ ਦੀ ਵਿਚਾਰ ਅਧੀਨ ਪੌੜੀ ਵਿੱਚ ਦਿੱਤੇ ਰੱਬੀ ਉਪਦੇਸ਼ ਤੋਂ ਬਾਗੀ ਹੋ ਚੁੱਕੇ ਹਨ ਅਤੇ ਅਖੌਤੀ ਦਸ਼ਮ ਗ੍ਰੰਥ ਨੂੰ 10ਵੇਂ ਗੁਰੂ ਜੀ ਵੱਲੋਂ ਗੁਰਿਆਈ ਪ੍ਰਾਪਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਥਾਂ ਤੇ ਸਿੱਖਾਂ ਦਾ ਅਸਲੀ ਗੁਰੂ ਸਾਬਤ ਕਰਨ ਵਿੱਚ 10ਵੇਂ ਗੁਰੂ ਜੀ ਦੇ ਹੁਕਮ ਦੀ ਉਲੰਘਣਾ ਕਰਦੇ ਹੋਏ ਪੱਬਾਂ ਭਾਰ ਹੋਏ ਫਿਰਦੇ ਹਨ। ਕੀ ਗੁਰੂ ਜੀ ਦੀ ਸੱਚੀ ਬਾਣੀ ਦੇ ਉਪਦੇਸ਼ ਤੋਂ ਅਜਿਹੇ ਬਾਗੀ ਹੋਏ ਸਿੱਖ ਜੇ ਰੋਜ਼ਾਨਾ ਜਪਜੀ ਦਾ ਪਾਠ ਕਰਦੇ ਹਨ ਤਾਂ ਕਿ ਉਹ ਹੁਣ ਤੱਕ ਜਪਜੀ ਦੀ 5ਵੀਂ ਪੌੜੀ ਦੇ ਅਰਥ ਨਹੀਂ ਸਮਝ ਸਕੇ? ਬੜੇ ਅਚੰਭੇ ਵਾਲੀ ਇਹ ਗੱਲ ਹੈ। ਨੰਬਰ 2, ਜਪਜੀ ਦੀ 5ਵੀਂ ਪੌੜੀ ਦਾ ਉਪਦੇਸ਼ ਹੈ ਗੁਰ ਈਸ਼ਰ, ਗੁਰ ਗੋਰਖ ਬ੍ਰਹਮਾ, ਗੁਰ ਪਾਰਬਤੀ ਮਾਈ। ਇਸ ਸਿਧਾਂਤਕ ਪੰਕਤੀ ਦਾ ਉਪਦੇਸ਼ ਸਿਧਾਂਤਕ ਤੌਰ ਤੇ ਮਹਾਕਾਲ ਦੇਵਤੇ ਨੂੰ, ਗੋਰਖਨਾਥ ਨੂੰ, ਬ੍ਰਹਮਾ ਦੇਵਤੇ ਨੂੰ ਅਤੇ ਦੁਰਗਾ ਮਾਈ ਨੂੰ ਸਿੱਖੀ ਦੇ ਵਿਹੜੇ ਵਿੱਚੋਂ ਬਾਬਾ ਨਾਨਕ ਦੇ ਸਮੇਂ ਤੋਂ ਹੀ ਬਾਹਰ ਕਰ ਚੁੱਕਾ ਹੈ। ਪਾਠ ਤਾਂ ਬਹੁਤ ਕੀਤੇ ਗਏ ਹਨ, ਪਰ ਅਰਥ ਵਿਚਾਰ ਦੇ ਪੱਖੋਂ ਅਣਗਹਿਲੀ ਵਰਤਣ ਦੇ ਕਾਰਨ ਅੱਜ ਬਹੁਤ ਸਾਰੇ ਸਿੱਖ ਗੁਰਬਾਣੀ ਦੇ ਰੱਬੀ ਗਿਆਨ ਦੇ ਗਾਹਕ ਨਹੀਂ ਰਹੇ, ਜਿਸ ਦੇ ਸਿੱਟੇ ਵਜੋਂ ਮਹਾਕਾਲ ਦੇਵਤਾ ਅਤੇ ਦੁਰਗਾ ਮਾਈ, ਜਿਨ੍ਹਾਂ ਨੂੰ ਬਾਬਾ ਨਾਨਕ ਜੀ ਦੇ ਸਮੇਂ ਤੋਂ 10ਵੇਂ ਗੁਰੂ ਜੀ ਦੇ ਜੋਤੀਓ ਸਮਾਉਣ ਤੱਕ ਸਿੱਖੀ ਦੇ ਵਿਹੜੇ ਵਿੱਚ ਝਾਕਣ ਤੱਕ ਦਾ ਮੌਕਾ ਨਹੀਂ ਮਿਲਿਆ ਸੀ, ਅੱਜ ਉਹਨਾਂ ਦੇ ਵਿਹੜੇ ਵਿੱਚ ਲੁੱਡੀਆਂ ਪਾ ਰਹੇ ਹਨ ਇਹ ਦੇਵੀ ਦੇਵਤਾ। ਕਿਉਂਕਿ ਸਿੱਖ ਰਹਿਤ ਮਰਿਆਦਾ ਰਾਹੀਂ ਪੜ੍ਹੇ ਜਾ ਰਹੇ ਨਿਤਨੇਮ ਅਤੇ ਕੀਤੀ ਜਾਂਦੀ ਅਰਦਾਸ ਰਾਹੀਂ ਇਹਨਾਂ ਦੀ ਮਾਨਤਾ ਜੋ ਉਹਨਾਂ ਦੇ ਘਰਾਂ ਵਿੱਚ ਹੋ ਰਹੀ ਹੈ, ਅਤੇ ਇਹ ਮਾਨਤਾ ਹੀ ਦੇਵੀ ਦੇਵਤੇ ਲਈ ਲੁੱਡੀਆਂ ਪਾਉਣ ਵਾਲੀ ਗੱਲ ਹੈ। ਸਿੱਖਾਂ ਨੂੰ ਅਜਿਹਾ ਕਰਨਾ ਨਹੀਂ ਸ਼ੋਭਦਾ, ਪਰ ਜਾਪਦਾ ਹੈ ਕਿ ਉਹ ਹੇਠ ਲਿਖੇ ਕਾਰਨਾਂ ਕਰਕੇ ਹੀ ਅਜਿਹਾ ਕਰ ਰਹੇ ਹੋ ਸਕਦੇ ਹਨ। ਊੜਾ, ਜਾਂ ਤਾਂ ਸਿੱਖੀ ਵਿਰੋਧੀ ਸ਼ਕਤੀਆਂ ਵੱਲੋਂ ਦਿੱਤੇ ਕਿਸੇ ਤਰ੍ਹਾਂ ਦੇ ਵੱਡੇ ਲਾਲਚ ਅਧੀਨ ਅਜਿਹਾ ਕਰ ਰਹੇ ਹਨ ਤਾਂ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵੱਲੋਂ ਸਿੱਖਾਂ ਦਾ ਧਿਆਨ ਹਟਾ ਕੇ ਅਖੌਤੀ ਦਸ਼ਮ ਗ੍ਰੰਥ ਦੀਆਂ ਮਾਰਕੰਡੇ ਪੁਰਾਣ, ਸ਼ਿਵ ਪੁਰਾਣ ਅਤੇ ਭਾਗਵਤ ਪੁਰਾਣ ਸਮੇਤ ਤ੍ਰਿਆ ਚਿੱਤਰਾਂ ਦੀਆਂ ਕਹਾਣੀਆਂ ਦੇ ਪਾਠ ਵੱਲ ਲਾਇਆ ਜਾ ਸਕੇ। ਦੂਜਾ ਕਾਰਨ, ਜਾਂ ਉਹ ਅੰਧ ਵਿਸ਼ਵਾਸ ਅਧੀਨ 10ਵੇਂ ਪਾਤਸ਼ਾਹ ਜੀ ਨੂੰ ਅਖੌਤੀ ਦਸ਼ਮ ਗ੍ਰੰਥ ਦਾ ਰਚੈਤਾ ਮੰਨ ਕੇ ਮਹਾਕਾਲ ਦੇਵਤੇ ਅਤੇ ਦੁਰਗਾ ਦੇਵੀ ਨੂੰ ਜਾਣ ਬੁੱਝ ਕੇ ਰੱਬ ਨਾਲ ਵੀ ਤੁਲਨਾ ਦੇ ਰਹੇ ਹਨ ਤਾਂ ਜੋ ਉਹਨਾਂ ਅਨੁਸਾਰ ਅਖੌਤੀ ਦਸ਼ਮ ਗ੍ਰੰਥ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਗਾ ਹੀ ਦੱਸਿਆ ਜਾ ਸਕੇ। ਤੀਸਰਾ ਕਾਰਨ ਪੀੜੀ ਭਾਗ ਵਿੱਚ, ਜਾਂ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੱਚੀ ਬਾਣੀ ਦੇ ਨਿਰੇ ਤੋਤਾ ਰਟਨੀ ਪਾਠਾਂ ਵਿੱਚ ਹੀ ਰੁੱਝੇ ਰਹੇ ਅਤੇ ਸੱਚੀ ਬਾਣੀ ਦੀ ਵਿਚਾਰਧਾਰਾ ਦੀ ਪੂਰੀ ਸਮਝ ਤੋਂ ਕੋਰੇ ਰਹਿ ਗਏ ਹਨ। ਚੌਥਾ ਕਾਰਨ ਹੋ ਸਕਦਾ ਹੈ, ਜਾਂ ਉਹ ਇਹ ਮੰਨ ਰਹੇ ਹਨ ਕਿ ਸਮੁੱਚੇ ਸਿੱਖ ਪੰਥ ਅਸਲ ਵਿੱਚ ਸ਼੍ਰੋਮਣੀ ਕਮੇਟੀ ਨੇ ਹੀ ਉਹਨਾਂ ਨੂੰ ਸਿੱਖ ਰਹਿਤ ਮਰਿਆਦਾ ਰਾਹੀਂ ਦਸ਼ਮ ਗ੍ਰੰਥ ਦੀਆਂ ਰਚਨਾਵਾਂ ਨਾਲ ਇਹ ਕਹਿ ਕੇ ਜੋੜਿਆ ਹੈ ਕਿ ਇਹ 10ਵੇਂ ਗੁਰੂ ਜੀ ਦੀਆਂ ਰਚੀਆਂ ਹੋਈਆਂ ਹਨ, ਜੋ ਉਹਨਾਂ ਨੂੰ ਗਲਤ ਨਹੀਂ ਜਾਪਦਾ। ਉਹ ਇਹ ਮੰਨ ਕੇ ਚੱਲ ਰਹੇ ਹੋਣ ਕਿ ਸਿੱਖ ਪੰਥ ਸਿੱਖਾਂ ਨੂੰ ਕੁਰਾਹੇ ਨਹੀਂ ਪਾ ਸਕਦਾ।
ਅਗਲਾ ਕਾਰਨ ਪੰਜਵਾਂ ਇਹ ਹੋ ਸਕਦਾ ਹੈ, ਜਾਂ ਉਹ ਇਹ ਮੰਨ ਕੇ ਚੱਲ ਰਹੇ ਹਨ ਕਿ ਪੰਜ ਪਿਆਰੇ ਖੰਡੇ ਦੀ ਪਾਉਲ ਦੇਣ ਲਈ ਦਸ਼ਮ ਗ੍ਰੰਥੀਆਂ ਰਚਨਾਵਾਂ ਪੜ੍ਹਦੇ ਹਨ, ਜੋ ਉਹਨਾਂ ਦੀ ਸੋਚ ਅਨੁਸਾਰ ਗੁਰੂ ਕ੍ਰਿਤੀ ਹੋ ਸਕਦੀਆਂ ਹਨ, ਕਿਉਂਕਿ ਉਹਨਾਂ ਅਨੁਸਾਰ ਸਿੱਖ ਪੰਥ ਨੇ ਹੀ ਅਜਿਹਾ ਸਿੱਖ ਰਹਿਤ ਮਰਿਆਦਾ ਰਾਹੀਂ ਇਹ ਰਚਨਾਵਾਂ ਪਾਉਲ ਦੇਣ ਸਮੇਂ ਪੜ੍ਹਨ ਲਈ ਕਿਹਾ ਹੈ। ਨੰਬਰ 3 ਵੱਲ ਜਾਂਦੇ ਹਾਂ। ਸਿੱਖਾਂ ਲਈ ਪਾਰਬਤੀ ਮਾਈ ਗੁਰੂ ਨਹੀਂ ਹੈ। ਸਿੱਖਾਂ ਲਈ ਪਾਰਬਤੀ ਮਾਈ ਗੁਰੂ ਨਹੀਂ ਹੈ ਅਤੇ ਇਸ ਤੱਥ ਨੂੰ ਜਪਜੀ ਦੀ 5ਵੀਂ ਪੌੜੀ ਵਿੱਚ ਸਪਸ਼ਟ ਕਰ ਦਿੱਤਾ ਗਿਆ ਹੈ। ਗੁਰੂ ਹੀ ਸਰਬ ਸਮਰੱਥ ਹੈ, ਜਿਸ ਨੂੰ ਛੱਡ ਕੇ ਸਿੱਖ ਕਿਸੇ ਹੋਰ ਦੇਵੀ ਜਾਂ ਦੇਵਤੇ ਨੂੰ ਗੁਰੂ ਨਹੀਂ ਮੰਨ ਸਕਦਾ। ਸਿੱਖਾਂ ਦੁਆਰਾ ਦੇਵੀ ਦੇਵਤਿਆਂ ਦੀ ਕਿਸੇ ਵੀ ਰੂਪ ਵਿੱਚ ਪੂਜਾ ਗੁਰੂ ਗ੍ਰੰਥ ਸਾਹਿਬ ਦਾ ਸਿਧਾਂਤ ਨਹੀਂ ਹੈ ਅਤੇ ਜਿਸ ਦੀ ਪ੍ਰੋੜਤਾ ਹੇਠ ਲਿਖੇ ਕੁਝ ਪ੍ਰਮਾਣਾਂ ਤੋਂ ਵੀ ਹੁੰਦੀ ਹੈ। ਪਹਿਲਾ ਪ੍ਰਮਾਣ ਹੈ, ਦੇਵੀ ਦੇਵਾ ਪੂਜੀਐ ਭਾਈ, ਕਿਆ ਮੰਗੋ ਕਿਆ ਦੇ, ਪਾਹੁਣ ਨੀਰ ਪਖਾਲੀਐ ਭਾਈ, ਜਲ ਮੈਂ ਬੂਡੈ ਤੇ। ਗੁਰੂ ਗ੍ਰੰਥ ਸਾਹਿਬ ਦਾ ਪੰਨਾ ਇਹ 637 ਹੈ ਵੀ ਇਹਨਾਂ ਨੂੰ ਪੂਜਣ ਨਾਲ ਕੁਝ ਨਹੀਂ ਮਿਲਦਾ। ਦੇਵੀ ਦੇਵਤਿਆਂ ਨੂੰ ਕਿਆ ਮੰਗੋ, ਕੀ ਮੰਗੀਏ ਇਹਨਾਂ ਕੋਲੋਂ ਤੇ ਕੀ ਇਹ ਦੇ ਸਕਦੇ ਹਨ। ਉਦਾਹਰਨ ਦਿੱਤੀ ਹੈ, ਪਾਣ ਦਾ ਮਤਲਬ ਪੱਥਰ। ਸੋ ਪੱਥਰ ਨੂੰ ਪਾਣੀ ਵਿੱਚ ਰੱਖੀਏ ਤਾਂ ਉਹ ਡੁੱਬ ਹੀ ਜਾਂਦਾ ਹੈ, ਚਾਹੇ ਇਸ ਦੀ ਮੂਰਤੀ ਬਣਾਈ ਹੋਵੇ ਜਾਂ ਪੱਥਰ ਹੋਵੇ। ਦੂਸਰਾ ਪ੍ਰਮਾਣ ਲੈਂਦੇ ਰਾਮਕਲੀ ਮਹਲਾ 5ਵਾਂ, ਮਹਿਮਾ ਨਾ ਜਾਣੈ ਵੇਦ, ਬ੍ਰਹਮੇ ਨੇ ਜਾਣੈ ਭੇਦ, ਅਵਤਾਰ ਨਾ ਜਾਣੈ ਅੰਤ, ਪਰਮੇਸ਼ਰ ਪਾਰ ਬ੍ਰਹਮ ਬੇਅੰਤ। ਆਪਣੀ ਗਤੀ ਆਪ ਜਾਣੈ, ਸੁਣ ਸੁਣ ਅਵਰ ਬਖਾਨੈ, ਰਹਾਉ ਸ਼ੰਕਰਾ ਨਹੀਂ ਜਾਣੈ ਭੇਵ, ਖੋਜਤ ਹਾਰੇ ਦੇਵ, ਦੇਵੀਆਂ ਨਹੀਂ ਜਾਣੈ ਮਰਮ, ਸਭ ਉਪਰ ਅਲਖ ਪਾਰ ਬ੍ਰਹਮ। ਗੁਰੂ ਗ੍ਰੰਥ ਸਾਹਿਬ ਦਾ ਪੰਨਾ 894 ਹੈ। ਵਿਚਾਰ, ਇਸ ਪ੍ਰਮਾਣ ਵਿੱਚ ਇਹ ਸਪਸ਼ਟ ਕੀਤਾ ਗਿਆ ਹੈ ਕਿ ਬ੍ਰਹਮਾ ਰੱਬ ਨਹੀਂ, ਕਿਉਂਕਿ ਬ੍ਰਹਮੇ ਨੇ ਜਾਣੈ ਭੇਦ, ਬ੍ਰਹਮਾ ਭੇਦ ਹੀ ਨਹੀਂ ਜਾਣਦਾ, ਬ੍ਰਹਮਾ ਰੱਬ ਨਹੀਂ ਹੈ। ਈਸ਼ਰ ਜਿਸ ਦਾ ਅਰਥ ਹੈ ਸ਼ਿਵ, ਇਹ ਰੱਬ ਨਹੀਂ। ਜਿਹੜਾ ਮਹਾਕਾਲ ਹੈ ਉਹ ਸ਼ਿਵ ਦਾ ਹੀ ਇੱਕ ਰੂਪ ਹੈ। ਜੇ ਸ਼ਿਵ ਰੱਬ ਨਹੀਂ ਤਾਂ ਮਹਾਕਾਲ ਵੀ ਰੱਬ ਨਹੀਂ। ਇਹ 'ਚ ਲਿਖਿਆ ਨਾ, ਸ਼ੰਕਰਾ ਨਹੀਂ ਜਾਣੇ ਭੇਵ, ਤੋ ਸ਼ੰਕਰਾ ਜਿਹੜਾ ਆ, ਸ਼ੰਕਰ ਇਹ ਸ਼ਿਵ ਨੂੰ ਕਿਹਾ ਜਾਂਦਾ ਤੇ ਮਹਾਕਾਲ ਸ਼ਿਵ ਦਾ ਇੱਕ ਰੂਪ ਹੈ। ਤੋ ਈਸ਼ਰ ਭਾਵ ਸ਼ਿਵ ਰੱਬ ਨਹੀਂ ਅਤੇ ਦੇਵੀਆਂ ਪਾਰਬਤੀ ਆਦਿਕ ਰੱਬ ਨਹੀਂ। ਦੇਵੀਆਂ ਨਹੀਂ ਜਾਣੈ ਮਰਮ, ਦੇਵੀਆਂ ਤਾਂ ਰੱਬ ਦਾ ਭੇਦ ਹੀ ਨਹੀਂ ਜਾਣਦੀਆਂ। ਸੋ ਪਾਰਬਤੀ ਵੀ ਇੱਕ ਦੇਵੀ ਹੈ ਜਿਸ ਦਾ ਨਾਂ ਦੁਰਗਾ, ਸ਼ਿਵਾ, ਉੱਪਰ ਅਸੀਂ ਇਹਦੇ ਨਾਂ ਲਿਖੇ ਵੱਖ-ਵੱਖ ਜਿਹੜੇ ਦਸ਼ਮਨਾਂ ਦਿੱਤੇ ਹੋਏ ਹਨ। ਤੋ ਇਹ ਰੱਬ ਨਹੀਂ, ਕਿਉਂਕਿ ਰੱਬ ਦਾ ਭੇਦ ਹੀ ਨਹੀਂ ਜਾਣਦੀਆਂ ਹੈ। ਸਭ ਉੱਪਰ ਅਲਖ ਪਾਰ ਬ੍ਰਹਮ ਹੈ। ਸਿੱਖ ਕੇਵਲ ਗੁਰੂ ਪਰਮੇਸ਼ਰ ਦੀ ਸਿਫਤ ਸਲਾਹ ਹੀ ਕਰ ਸਕਦਾ ਹੈ, ਹੋਰ ਕਿਸੇ ਦੇਵੀ ਦੇਵਤੇ ਦੀ ਨਹੀਂ। ਸ਼ਬਦ ਵਿੱਚ ਸ਼ਿਵ ਜਿਸ ਦਾ ਇੱਕ ਰੂਪ ਹੀ ਮਹਾਕਾਲ ਹੈ ਅਤੇ ਮਹਾਮਾਈ ਪਾਰਬਤੀ ਦਾ ਵੀ ਜ਼ਿਕਰ ਕਰਕੇ ਅਸਲੀਅਤ ਬਿਆਨ ਕੀਤੀ ਗਈ ਹੈ ਕਿ ਜਿਸ ਤੋਂ ਹਰ ਸਿੱਖ ਨੂੰ ਯੋਗ ਅਗਵਾਈ ਮਿਲਦੀ ਹੈ ਕਿ ਇਹ ਮਹਾਕਾਲ ਅਤੇ ਦੁਰਗਾ ਇਹ ਸਿੱਖਾਂ ਵਾਸਤੇ ਕੋਈ ਅਹਿਮੀਅਤ ਨਹੀਂ ਰੱਖਦੇ, ਨਾ ਇਹ ਰੱਬ ਹਨ। ਈੜੀ ਭਾਗ ਦੇ ਵਿੱਚ ਪੰਡਿਤੋ ਸ਼ਾਸਤਰ ਸਿਮ੍ਰਿਤੀ ਪੜ੍ਹਿਆ, ਇਹ ਪੰਡਿਤ ਦੀ ਗੱਲ ਹੋ ਗਈ। ਕੋਈ ਸ਼ਾਸਤਰਾਂ ਸਿਮਰਤੀਆਂ ਵਿੱਚ ਉਹ ਮਨ ਲਾਉਂਦਾ ਪੜ੍ਹਦਾ ਹੈ। ਜੋਗੀ ਗੋਰਖ ਗੋਰਖ ਕਰਿਆ, ਜੋਗੀ ਜਿਹੜਾ ਆ ਉਹ ਗੋਰਖ ਗੋਰਖ ਕਰਦਾ ਹੈ, ਗੋਰਖ ਨੂੰ ਜਪਦਾ ਹੈ। ਅਤੇ ਸਤਿਗੁਰੂ ਕਹਿੰਦੇ ਨੇ ਮੈਂ ਮੂਰਖ ਹਾਰੀ ਹਾਰੀ ਜਪ ਪੜ੍ਹਿਆ, ਤੂੰ ਮੈਂ ਨਾ ਪੰਡਿਤ ਵਾਂਗੂ ਸ਼ਾਸਤਰ ਅਤੇ ਸਿਮਰਤੀਆਂ ਇਹਨਾਂ ਨੂੰ ਵਾਚਿਆ, ਇਹਨਾਂ ਨੂੰ ਪੜ੍ਹਿਆ, ਇਹਨਾਂ ਦਾ ਪੁਜਾਰੀ ਹਾਂ, ਨਾ ਹੀ ਮੈਂ ਗੋਰਖ ਗੋਰਖ ਕਰਦਾ ਹਾਂ ਜੋਗੀ ਵਾਂਗੂ। ਅਤੇ ਮੈਂ ਕੀ ਕਰਦਾ? ਗੁਰੂ ਜੀ ਕਹਿੰਦੇ ਹਨ ਮੈਂ ਤਾਂ ਹਰੀ ਹਰੀ ਜਪ ਪੜ੍ਹਿਆ, ਮੈਂ ਤਾਂ ਅਕਾਲ ਪੁਰਖ ਕਰਤਾ ਪੁਰਖ ਨੂੰ ਹੀ ਜਪ ਦਾ ਸਾਧਨ ਬਣਾਉਣਾ ਹਾਂ। ਇਸ ਦਾ ਮਤਲਬ ਇੱਥੇ ਸਾਫ਼ ਹੋ ਗਿਆ, ਗੋਰਖ ਦਾ ਨਾਂ ਵੀ ਆ ਗਿਆ। ਸੋ ਇਹ ਵਾਰੀ ਵਾਰੀ ਇਹ ਸਾਰੇ ਨਾਂ ਆ ਰਹੇ ਹਨ ਜਿਹੜੇ ਅਸੀਂ ਪੜ੍ਹਿਆ, ਗੁਰ ਈਸ਼ਵਰ, ਗੁਰ ਗੋਰਖ ਬ੍ਰਹਮਾ,
ਗੁਰ ਪਾਰਬਤੀ ਮਾਈ, ਇਹਨਾਂ ਦੀ ਹੈਸੀਅਤ ਕੀ ਹੈ ਉਹ ਅਸੀਂ ਦੇਖ ਰਹੇ ਹਾਂ। ਬ੍ਰਹਮੇ ਦੀ ਦੇਖ ਲਈ ਹੈ, ਸ਼ੰਕਰ ਦੀ, ਸ਼ਿਵ ਦੀ ਦੇਖ ਲਈ ਹੈ, ਦੇਵੀਆਂ ਦੀ ਦੇਖ ਲਈ ਹੈ। ਤੇ ਇਹਦੇ ਵਿੱਚ ਗੋਰਖ ਵੀ ਆ ਗਿਆ ਇਸ ਪੰਕਤੀ ਵਿੱਚ ਕਿ ਸਿੱਖ ਜਿਹੜਾ ਹੈ ਉਹ ਗੋਰਖ ਦਾ ਪੁਜਾਰੀ ਨਹੀਂ। ਸਿੱਖ ਜਿਹੜਾ ਹੈ ਸਿਮਰਤੀਆਂ ਤੇ ਸ਼ਾਸਤਰ ਜਿਹੜੇ ਆ ਇਹਨਾਂ ਦਾ ਪੁਜਾਰੀ ਨਹੀਂ, ਇਹਨਾਂ ਦੀ ਸਿੱਖਿਆ ਨੂੰ ਪ੍ਰਵਾਨ ਨਹੀਂ ਕਰਦਾ। ਪੜ੍ਹਨ ਲਈ ਕੋਈ ਜਾਣਕਾਰੀ ਵਾਸਤੇ ਜਿਹੜਾ ਮਰਜ਼ੀ ਗ੍ਰੰਥ ਪੜ੍ਹ ਸਕਦਾ ਹੈ, ਪਰ ਸਿੱਖਿਆ ਜਿਹੜੀ ਹੈ, ਜਿਸ 'ਤੇ ਅਮਲ ਕਰਨਾ, ਜਿਸ ਦਾ ਉਪਦੇਸ਼ ਧਾਰਨ ਕਰਨਾ, ਉਹ ਗੁਰਬਾਣੀ ਹੈ, ਉਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ, ਰਾਗਮਾਲਾ ਤੋਂ ਬਿਨਾਂ। ਤੋ ਇਹ ਪ੍ਰਮਾਣ ਸੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ 163 ਉੱਪਰ। ਵਿਚਾਰ ਤੀਜੇ ਪ੍ਰਮਾਣ ਦੀ। ਧੰਨ ਗੁਰੂ ਰਾਮਦਾਸ ਸਾਹਿਬ ਜੀ ਨੇ ਸਪਸ਼ਟ ਕੀਤਾ ਹੈ ਕਿ ਸਿੱਖ ਨੂੰ ਕਿਸੇ ਸਿਮਰਤੀ ਜਾਂ ਸ਼ਾਸਤਰ ਦਾ ਉਪਦੇਸ਼ ਧਾਰਨ ਕਰਨ ਜਾਂ ਗੌਰਵ ਕਰਨ ਦੀ ਲੋੜ ਨਹੀਂ ਹੈ। ਸਿੱਖ ਦਾ ਰਸਤਾ ਗੁਰੂ ਉਪਦੇਸ਼ ਦੁਆਰਾ ਰੱਬ ਨਾਲ ਹੀ ਜੁੜਨ ਦਾ ਹੈ। ਅੱਗੇ ਪ੍ਰਮਾਣ ਚੌਥਾ ਲੈਂਦੇ ਹਾਂ। ਜੋਗੀ ਗੋਰਖ ਕਰੈ, ਹਿੰਦੂ ਰਾਮ ਨਾਮ ਉਚਰੈ, ਮੁਸਲਮਾਨ ਕਾ ਏਕ ਖੁਦਾਏ, ਕਬੀਰ ਕਾ ਸੁਆਮੀ ਰਹਾ ਸਮਾਏ। ਗੁਰੂ ਗ੍ਰੰਥ ਸਾਹਿਬ ਜੀ ਦਾ ਪੰਨਾ 1160 ਹੈ। ਤੇ ਇਸ ਪੰਕਤੀ ਵਿੱਚ ਵੀ ਗੋਰਖ ਵੀ ਆ ਗਿਆ। ਇੱਥੇ ਹਿੰਦੂਆਂ ਦਾ ਜੋ ਰਾਮਚੰਦਰ ਹੈ ਉਹ ਵੀ ਆ ਗਿਆ। ਜੋ ਮੁਸਲਮਾਨ, ਜਿਸ ਨੂੰ ਉਹ ਕਾਬੇ ਦੇ ਵਿੱਚ ਉੱਥੇ ਕੈਦ ਕੀਤਾ ਹੋਇਆ ਜਾਂ ਉੱਥੇ ਸਥਾਪਿਤ ਕੀਤਾ ਹੋਇਆ ਮੰਨਦੇ ਹਨ ਕਿ ਉੱਥੇ ਹੈ ਰੱਬ ਦਾ ਵਾਸਾ, ਉੱਥੇ ਹੈ ਅੱਲਾ, ਉੱਥੇ ਰਹਿੰਦਾ ਹੈ। ਇਹ ਵੀ ਗੱਲ ਆ ਗਈ। ਤੋ ਕਬੀਰ ਜੀ ਕਹਿੰਦੇ ਹਨ ਮੇਰਾ ਜਿਹੜਾ ਖੁਦਾ ਹੈ, ਮੇਰਾ ਰੱਬ ਜਿਹੜਾ ਹੈ, ਸੁਆਮੀ ਜਿਹੜਾ, ਉਹ ਰਿਹਾ ਸਮਾਏ, ਉਹ ਹਰ ਥਾਂ ਮੌਜੂਦ ਹੈ। ਉਹ ਕਿਸੇ ਖਾਸ ਥਾਂ ਦੇ ਉੱਤੇ ਨਹੀਂ ਕੈਦ ਕਰਕੇ ਰੱਖਿਆ ਹੋਇਆ ਜਾਂ ਬੈਠਾ ਹੋਇਆ। ਉਹਦਾ ਜਿਹੜਾ ਟਿਕਾਣਾ ਸਾਰੀ ਦੁਨੀਆ ਹੈ। ਸਾਰੀ ਦੁਨੀਆ ਜਿਹੜੀ ਹੈ ਇਹ ਰੱਬ ਦੀ ਕੋਠੜੀ ਹੈ, ਉਹਦਾ ਘਰ ਹੈ। ਸੋ ਇੱਥੋਂ ਵੀ ਸਪਸ਼ਟ ਹੋ ਗਿਆ ਕਿ ਗੋਰਖ ਦਾ, ਰਾਮਚੰਦਰ ਦਾ ਸਿੱਖਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਜਪਣ ਦਾ। ਤੇ ਮੁਸਲਮਾਨਾਂ ਵਾਂਗੂ ਸਿੱਖ ਅੱਲਾ ਨੂੰ ਜਾਂ ਰੱਬ ਨੂੰ ਇੱਕ ਜਗ੍ਹਾ ਹੀ ਟਿਕਿਆ ਹੋਇਆ ਨਹੀਂ ਮੰਨਦੇ, ਸਗੋਂ ਸਾਰੀ ਸ੍ਰਿਸ਼ਟੀ ਵਿੱਚ ਰਮਿਆ ਹੋਇਆ ਮੰਨਦੇ ਹਨ। ਕਬੀਰ ਕਾ ਸੁਆਮੀ ਰਹਾ ਸਮਾਈ। ਅਗਲਾ ਪ੍ਰਮਾਣ ਲੈਂਦੇ ਹਾਂ। ਰਾਗ ਗੌਂਡ ਵਿੱਚ ਭੈਰੋਂ ਭੂਤ ਸ਼ੀਤਲਾ ਧਾਵੈ, ਖਰ ਬਾਹਨ ਉਹ ਛਾਰ ਉਡਾਵੈ, ਹਾਂ ਤੋ ਏਕ ਰਮਈਆ ਲੈ ਹੋਂ, ਆਨ ਦੇਵ ਬਦਲਾਵ ਨੀ ਦੈ ਹੋਂ। ਰਹਾਓ। शिव शिव करते जो नर त्यावै, बरद चढ़े डौरू टमकावै, महामाई की पूजा करै, नर सै नारी होए अवतरै। तू कहियत ही आदि भवानी, मुक्ति की बरिया कहाँ छुपानी। गुरमति राम नाम गहो मीता, प्रणवै नामा त्यों कहे गीता। ਗੁਰੂ ਗ੍ਰੰਥ ਸਾਹਿਬ ਜੀ ਦਾ ਪੰਨਾ 874 ਹੈ। ਸੋ ਇਸ ਪ੍ਰਮਾਣ ਵਿੱਚ ਵੀ ਇਹ ਸਾਰੇ ਸਾਨੂੰ ਨਾਂ ਆ ਗਿਆ, ਸ਼ਿਵ ਦਾ ਨਾਂ ਆ ਗਿਆ ਦੁਬਾਰਾ। ਫਿਰ ਸ਼ਿਵ ਸ਼ਿਵ ਕਰਤੇ ਜੋ ਨਰ ਧਿਆਵੈ, ਉਹ ਵੱਧ ਤੋਂ ਵੱਧ ਬਲਦ ਦੀ ਸਵਾਰੀ ਕਰ ਸਕਦਾ ਹੈ ਤੇ ਡੌਰੂ ਵਜਾ ਸਕਦਾ ਹੈ। ਇਸ ਤਰ੍ਹਾਂ ਮਹਾਮਾਈ ਕੀ ਪੂਜਾ ਕਰੇ। ਇਹ ਮਹਾਮਾਈ ਕੌਣ ਹੈ? ਪਾਰਵਤੀ, ਦੁਰਗਾ, ਸ਼ਿਵਾ। ਤੋ ਪਾਰਵਤੀ ਦੇ ਸਾਰੇ ਵੱਖ-ਵੱਖ ਨਾਂ ਹਨ। ਮਹਾਮਾਈ, ਜਗ ਮਾਈ, ਜਗ ਮਾਤਾ, ਲੋਕ ਮਾਤਾ, ਇਹ ਪਾਰਵਤੀ ਦੇ ਵੱਖ-ਵੱਖ ਨਾਂ ਹਨ। ਸੋ ਦੁਰਗਾ ਦੀ, ਪਾਰਵਤੀ ਦੀ ਪੂਜਾ ਕਰਨ ਵਾਲਾ ਵੱਧ ਤੋਂ ਵੱਧ ਨਰ ਸੇ, ਜੇ ਮਨੁੱਖ ਹੈ ਤਾਂ ਉਹ ਨਾਰੀ ਬਣ ਜਾਏਗਾ। ਨਰ ਸੇ ਨਾਰੀ ਹੋਏ ਅਵਤਰੈ ਮਹਾਮਾਈ। ਤੂੰ ਕਹੀਏ ਤੀ ਆਦਿ ਭਵਾਨੀ, ਤੇ ਆਦਿ ਭਵਾਨੀ, ਇਹ ਭਵਾਨੀ ਵੀ ਪਾਰਵਤੀ ਦਾ ਨਾਂ ਹੈ। ਇਹ ਦਸ਼ ਗ੍ਰੰਥ ਵਿੱਚ ਵੀ ਨਾਂ ਭਵਾਨੀ ਆਇਆ, ਦੁਰਗਾ ਵੀ ਆਇਆ, ਵੱਖ-ਵੱਖ ਪਾਰਵਤੀ ਦੇ ਨਾਂ ਹਨ। ਮੁਕਤੀ ਕੀ ਬਰੀਆ ਕਾਂ ਛਪਾਨੀ। ਸੋ ਮੁਕਤੀ ਇਹਦੇ ਵੀ ਕੋਲ ਨਹੀਂ ਹੈ। ਇਹ ਵੀ ਆਪਣੇ ਸੇਵਕਾਂ ਨੂੰ, ਭਗਤਾਂ ਨੂੰ ਮੁਕਤੀ ਦੇਣ ਦੇ ਸਮਰੱਥ ਨਹੀਂ ਹੈ। ਤੋ ਇਹ ਗੱਲ ਜਿਹੜੀ ਹੈ ਇਹ
ਭਗਤ ਨਾਮਦੇਵ ਜੀ ਸਮਝਾ ਰਹੇ ਹਨ ਹਿੰਦੂ ਮਤ ਦੇ ਕਿਸੇ ਸੱਜਣ ਨੂੰ ਵੀ ਗੁਰਮਤਿ ਰਾਮ ਨਾਮ ਗਵ ਮੀਤਾ, ਗੁਰੂ ਦੀ ਮਤ ਧਾਰਨ ਕਰਕੇ ਜੋ ਰਮਿਆ ਹੋਇਆ ਰਾਮ ਹੈ ਹਰ ਜਗ੍ਹਾ ਤੇ, ਉਸ ਨੂੰ ਯਾਦ ਕਰੋ, ਉਸ ਨੂੰ ਪਕੜੋ। ਗਉ ਮੈਨੇ ਪਕੜਨਾ। ਪ੍ਰਣਵੈ ਨਾਮਾ, ਨਵਾਂ ਬੇਨਤੀ ਕਰਦਾ ਹੈ, ਇਉਂ ਕਹੇ ਗੀਤਾ। ਕਹਿੰਦੇ ਤੁਹਾਡਾ ਧਾਰਮਿਕ ਗ੍ਰੰਥ ਜਿਹੜਾ ਹੈ ਉਹ ਵੀ ਇਹੀ ਕਹਿੰਦਾ ਹੈ ਕਿ ਗੁਰੂ ਦੀ ਮਤ ਧਾਰਨ ਕਰੋ ਅਤੇ ਸਿਮਰੋ ਉਸ ਅਕਾਲ ਪੁਰਖ ਦਾ ਨਾਮ, ਉਹ ਨਾਲ ਜੁੜੋ। ਵਿਚਾਰ ਹੈ, ਸ਼ਬਦ ਤੋਂ ਸਪਸ਼ਟ ਹੈ ਕਿ ਰੱਬ ਦੇ ਨਾਂ ਤੋਂ ਬਿਨਾਂ ਕਿਸੇ ਦੇਵੀ ਦੇਵਤੇ ਦਾ ਨਾਮ ਜਪਣ ਦੀ ਲੋੜ ਨਹੀਂ ਹੈ। ਨੋਟ: ਅਖੀਰਲੀ ਤੁਕ ਵਿੱਚ ਸੰਬੋਧਨ ਕਰਕੇ ਜਿਸ ਮੀਤ ਨੂੰ ਨਾਮਦੇਵ ਜੀ ਇਸ ਸ਼ਬਦ ਦੀ ਰਾਹੀਂ ਭੈਰੋਂ, ਸ਼ਿਵ, ਮਹਾਮਾਈ ਆਦਿਕ ਦੀ ਪੂਜਾ ਵੱਲੋਂ ਵਰਜਦੇ ਹਨ, ਉਹ ਕੋਈ ਪੰਡਿਤ ਜਾਪਦਾ ਹੈ, ਕਿਉਂਕਿ ਉਸ ਦਾ ਧਿਆਨ ਉਸਦੇ ਆਪਣੇ ਹੀ ਧਰਮ ਪੁਸਤਕ ਗੀਤਾ ਵੱਲ ਵੀ ਦਿਵਾਉਂਦੇ ਹਨ ਭਗਤ ਨਾਮਦੇਵ ਜੀ। ਇਸ ਕਰਕੇ ਉਹ ਕੋਈ ਪੰਡਿਤ ਹੈ ਜਿਸ ਨੂੰ ਇਹ ਗੱਲਾਂ ਸਮਝਾ ਰਹੇ ਹਨ। ਸੋ ਭੈਰੋਂ ਵੀ ਇੱਕ ਸ਼ਿਵ ਜੀ ਦਾ ਰੂਪ ਹੈ। ਸੋ ਇਹਦੇ ਜਿਹੜੇ ਪਦ ਅਰਥ ਥੋੜ੍ਹੇ ਜਿਹੇ ਇੱਥੇ ਕੀਤੇ ਹਨ। ਭੈਰੋਂ ਇੱਕ ਜਤੀ ਦਾ ਨਾਮ ਸੀ, ਸਵਾਰੀ ਉਹਦੀ ਕਾਲੇ ਕੁੱਤੇ ਦੀ ਕਹੀ ਜਾਂਦੀ ਹੈ। ਸ਼ਿਵ ਜੀ ਦੀਆਂ 8 ਭਿਆਨਕ ਸ਼ਕਲਾਂ ਵਿੱਚੋਂ ਇੱਕ ਭੈਰੋਂ ਵੀ ਹੈ। ਇਸ ਦਾ ਮੰਦਰ ਜੰਮੂ ਤੋਂ ਪਰੇ ਦੁਰਗਾ ਦੇ ਮੰਦਰ ਤੋਂ ਉੱਤੇ 2 ਮੀਲ ਤੇ ਬਣਿਆ ਹੋਇਆ। ਸ਼ੀਤਲਾ ਚੀਚਕ ਸਮਾਲ ਪੌਕਸ ਦੀ ਮੰਨੀ ਜਾਂਦੀ ਦੇਵੀ, ਇਸ ਦੀ ਸਵਾਰੀ ਖੋਤੇ ਦੀ ਹੈ। ਖਰ ਦਾ ਮਤਲਬ ਹੁੰਦਾ ਖੋਤਾ। ਖਰ ਵਾਹਨ, ਖੋਤੇ ਦੀ ਸਵਾਰੀ ਕਰਨ ਵਾਲਾ ਉਹਨੂੰ ਕਹਿੰਦੇ ਨੇ ਖਰ ਵਾਹਨ। ਸ਼ਾਰ ਮੈਨੇ ਸੁਆ, ਤਉ ਦਾ ਮਤਲਬ ਤਾਂ ਰਮਈਆ ਸੋਹਣਾ ਰਾਮ। ਲੈ ਹੋਮਨ ਲਵਾਂਗਾ, ਮੈਂ ਤਾਂ ਇੱਕ ਸੋਹਣੇ ਰਾਮ ਦਾ ਨਾਮ ਲਊਂਗਾ ਜੋ ਰਮਿਆ ਹੋਇਆ। ਇਹ ਭਗਤ ਜੀ ਕਹਿੰਦੇ ਹਨ। ਆਨ ਦੇਵਨ, ਹੋਰ ਦੇਵਤੇ ਜਿਹੜੇ ਆ, ਬਦਲਾਵਨੇ ਦੈਹੋਂ, ਉਹ ਬਦਲੇ ਵਿੱਚ ਵੱਟੇ ਵਿੱਚ ਮੈਂ ਸਾਰੇ ਦੇਵਤੇ ਦੇ ਦਿਆਂਗਾ। ਇੱਕ ਰਾਮ ਨਾਮ ਦੇ ਵੱਟੇ ਵਿੱਚ ਸਭ ਦੇਵਤੇ ਮੇਰੇ ਤੋਂ ਤੁਸੀਂ ਲੈ ਲਓ। ਦੈਹੋਂ ਦਾ ਮਤਲਬ ਹੈ ਦੇ ਦਿਆਂਗਾ। ਰਹਾਓ। ਬਰਦ ਦਾ ਮਤਲਬ ਬਲਦ। ਬਰਦ, ਰਾਰਾ ਤੇ ਲੱਲਾ ਇੰਟਰਚੇਂਜ ਹੋਏ ਹਨ। ਇਹ ਸ਼ਿਵ ਜੀ ਦੀ ਸਵਾਰੀ ਹੈ ਬਲਦ। ਡੌਰੂ ਮੈਨੇ ਡਮਰੂ, ਮਹਾ ਮੈਨੇ ਵੱਡੀ, ਮਹਾਮਾਈ ਮੈਨੇ ਵੱਡੀ ਮਾਂ ਜਿਹੜੀ ਪਾਰਵਤੀ ਹੈ ਸ਼ਿਵ ਜੀ ਦੇ ਘਰ ਵਾਲੀ। ਹੋਏ ਦਾ ਮਤਲਬ ਬਣ ਕੇ, ਔਤਰੇ ਦਾ ਮਤਲਬ ਜੰਮਦਾ ਹੈ। ਨਰਸੈ, ਨਾਰੀ ਹੋਏ ਔਤਰੈ, ਨਰ ਤੋਂ ਨਾਰੀ ਦਾ ਜਨਮ ਲੈ ਕੇ ਉਹ ਜੰਮਦਾ ਜਿਹੜਾ ਮਹਾਮਾਈ ਦੀ ਪੂਜਾ ਕਰਦਾ ਪਿਆ, ਕਿਉਂਕਿ ਉਹਨੇ ਮਹਾਮਾਈ ਦਾ ਰੂਪ ਬਣਨਾ। ਕਈ ਇਤ ਮੈਨੇ ਕਹੀ ਜਾਂਦੀ ਹੈ। ਭਵਾਨੀ ਦਾ ਮਤਲਬ ਦੁਰਗਾ ਦੇਵੀ। ਬਰੀਆ ਮੈਨੇ ਵਾਰੀ, ਛੁਪਾਨੀ ਲੁਕ ਜਾਂਦੀ ਹੈ। ਗौ ਮੈਨੇ ਫੜ ਪਕੜ ਆਸਰਾ ਲੈ ਲਾ। ਮੀਤਾ ਹੈ ਮਿੱਤਰ ਪੰਡਿਤ। ਇਉਂ ਮੈਨੇ ਇਸੇ ਤਰ੍ਹਾਂ ਤੋ ਇਹਦੇ ਅਰਥ ਬਣਦੇ ਹਨ, ਜੋ ਮਨੁੱਖ ਭੈਰੋਂ ਵੱਲ ਜਾਂਦਾ ਹੈ, ਭਾਵ ਜੋ ਭੈਰੋਂ ਦੀ ਆਰਾਧਨਾ ਕਰਦਾ ਹੈ, ਉਹ ਵੱਧ ਤੋਂ ਵੱਧ ਭੈਰੋਂ ਵਰਗਾ ਹੀ ਭੂਤ ਬਣ ਜਾਂਦਾ ਹੈ। ਜੋ ਸ਼ੀਤਲਾ ਨੂੰ ਆਰਾਧਦਾ ਹੈ, ਉਹ ਸ਼ੀਤਲਾ ਵਾਂਗ ਖੋਤੇ ਦੀ ਸਵਾਰੀ ਕਰਦਾ ਹੈ ਅਤੇ ਖੋਤੇ ਵਾਂਗ ਸੁਆਹ ਉਡਾਉਂਦਾ ਹੈ। ਹੇ ਪੰਡਿਤ, ਮੈਂ ਤਾਂ ਇੱਕ ਸੋਹਣੇ ਰਾਮ ਦਾ ਨਾਮ ਹੀ ਲਵਾਂਗਾ, ਤੁਹਾਡੇ ਹੋਰ ਸਾਰੇ ਦੇਵਤਿਆਂ ਨੂੰ ਉਸ ਨਾਮ ਦੇ ਵੱਟੇ ਦੇ ਦਿਆਂਗਾ। ਭਾਵ ਪ੍ਰਭੂ ਨਾਮ ਦੇ ਟਾਕਰੇ ਤੇ ਮੈਨੂੰ ਤੁਹਾਡੇ ਕਿਸੇ ਵੀ ਦੇਵੀ ਦੇਵਤੇ ਦੀ ਲੋੜ ਨਹੀਂ ਹੈ। ਰਾਵ, ਜੋ ਮਨੁੱਖ ਸ਼ਿਵ ਦਾ ਨਾਮ ਜਪਦਾ ਹੈ, ਉਹ ਵੱਧ ਤੋਂ ਵੱਧ ਜੋ ਕੁਝ ਹਾਸਲ ਕਰ ਸਕਦਾ ਹੈ ਉਹ ਇਹ ਹੈ ਕਿ ਉਹ ਸ਼ਿਵ ਦਾ ਰੂਪ ਹੋ ਕੇ ਸ਼ਿਵ ਦੀ ਸਵਾਰੀ ਬਲਦ ਉੱਪਰ ਚੜ੍ਹਦਾ ਹੈ ਤੇ ਸ਼ਿਵ ਵਾਂਗ ਡਮਰੂ ਵਜਾਉਂਦਾ ਹੈ। ਜੋ ਮਨੁੱਖ ਪਾਰਵਤੀ ਦੀ ਪੂਜਾ ਕਰਦਾ ਹੈ, ਉਹ ਮਨੁੱਖ ਤੋਂ ਜਨਾਨੀ ਬਣ ਕੇ ਜਨਮ ਲੈਂਦਾ ਹੈ। ਕਿਉਂ? ਕਿਉਂਕਿ ਪੂਜਾ ਕਰਨ ਵਾਲਾ ਆਪਣੇ ਪੂਜਿਆ ਦਾ ਰੂਪ ਹੀ ਬਣ ਸਕਦਾ ਹੈ। ਹੇ ਭਵਾਨੀ, ਤੂੰ ਸਭ ਦਾ ਮੁੱਢ ਖਵਾਉਣੀ ਹੈ, ਪਰ ਆਪਣੇ ਭਗਤਾਂ ਨੂੰ ਮੁਕਤੀ ਦੇਣ ਵੇਲੇ ਤੂੰ ਵੀ ਪਤਾ ਨਹੀਂ ਕਿੱਥੇ ਲੁਕੀ ਰਹਿੰਦੀ ਹੈ। ਭਾਵ ਮੁਕਤੀ ਭਵਾਨੀ, ਦੁਰਗਾ ਜਾਂ ਸ਼ਿਵਾ ਦੇ
ਕੋਲ ਵੀ ਨਹੀਂ ਹੈ। ਸੋ ਨਾਮਦੇਵ ਬੇਨਤੀ ਕਰਦਾ ਹੈ ਕਿ ਮਿੱਤਰ ਪੰਡਤ, ਸਤਿਗੁਰੂ ਦੀ ਸਿੱਖਿਆ ਲੈ ਕੇ ਪਰਮਾਤਮਾ ਦੇ ਨਾਮ ਦੀ ਓਟ ਲੈ। ਤੁਹਾਡੀ ਧਰਮ ਪੁਸਤਕ ਗੀਤਾ ਵੀ ਇਹੀ ਆਖਦੀ ਹੈ। ਸ਼ਬਦ ਦਾ ਭਾਵ ਕੀ ਹੋਇਆ? ਪੂਜਾ ਕਰਕੇ ਮਨੁੱਖ ਵੱਧ ਤੋਂ ਵੱਧ ਆਪਣੇ ਪੂਜਿਆ ਦਾ ਰੂਪ ਹੀ ਬਣ ਸਕਦਾ ਹੈ। ਸੰਸਾਰ ਸਮੁੰਦਰ ਤੋਂ ਮੁਕਤੀ ਦਿਵਾਉਣੀ ਕਿਸੇ ਦੇਵੀ ਦੇਵਤੇ ਦੇ ਹੱਥ ਵਿੱਚ ਨਹੀਂ। ਇਸ ਵਾਸਤੇ ਪਰਮਾਤਮਾ ਦਾ ਨਾਮ ਹੀ ਸਿਮਰਨਾ ਚਾਹੀਦਾ ਹੈ। ਉਹ ਹੀ ਮੋਹ ਮਾਇਆ ਤੋਂ ਮੁਕਤੀ ਦਵਾ ਸਕਦਾ ਹੈ। ਉਹ ਮੁਕਤੀ ਦਾਤਾ ਹੈ। ਇਹ ਜੋ ਵਿਚਾਰ ਹਨ, ਇਹ ਗੁਰੂ ਗ੍ਰੰਥ ਸਾਹਿਬ ਦਰਪਣ ਦੇ ਵਿੱਚ ਪ੍ਰੋਫੈਸਰ ਸਾਹਿਬ ਸਿੰਘ ਦੇ ਲਿਖੇ ਹੋਏ ਹਨ। ਹੁਣ ਆਪਾਂ ਗੱਲ ਕਰਦੇ ਹਾਂ ਅਖੌਤੀ ਦਸ਼ਮ ਗ੍ਰੰਥ ਵਿੱਚ ਕੀ ਪਾਰਵਤੀ ਹੀ ਦੁਰਗਾ ਹੈ? ਜਿਹੜੀ ਦੁਰਗਾ ਦੀ ਗੱਲ ਵਾਰ-ਵਾਰ ਦਸ਼ਮ ਗ੍ਰੰਥ ਵਿੱਚ ਆਉਂਦੀ ਹੈ। ਦੁਰਗਾ ਦੇ ਨਾਂ 'ਤੇ 3 ਕਹਾਣੀਆਂ ਹਨ, ਜਿਹੜੀਆਂ ਇੱਕ ਵਾਰ ਦੁਰਗਾ ਕੀ ਵਿੱਚ ਤਾਂ ਦੁਰਗਾ ਦੀ ਕਹਾਣੀ ਹੈ, ਅਤੇ 2 ਚੰਡੀ ਚਰਿੱਤਰ ਹਨ, ਉਹ ਵੀ ਦੁਰਗਾ ਦੀ ਕਹਾਣੀ ਦੇ ਨਾਲ ਹਨ। ਇਹਨਾਂ ਤਿੰਨਾਂ ਵਿੱਚ ਕਹਾਣੀ ਇੱਕੋ ਹੀ ਹੈ। ਦੁਰਗਾ ਦਾ ਯੁੱਧ ਹੁੰਦਾ ਦੈਂਤਾਂ ਨਾਲ, ਅਤੇ ਇੰਦਰ ਨੂੰ ਇਹ ਰਾਜ ਲੈ ਕੇ ਦਿੰਦੀ ਹੈ। ਇਹ 3 ਤਰ੍ਹਾਂ ਦੀਆਂ 3 ਕਹਾਣੀਆਂ ਇੱਕੋ ਹੀ ਕਹਾਣੀ ਨੂੰ ਤਿੰਨਾਂ ਕਵਿਤਾਵਾਂ ਵਿੱਚ ਵੱਖ-ਵੱਖ ਤੌਰ 'ਤੇ ਮਾਰਕੰਡੇ ਪੁਰਾਣ ਦੀ ਨਕਲ ਕਰਕੇ ਲਿਖਿਆ ਗਿਆ ਹੈ। ਹੁਣ ਦੇਖੀਏ ਵੀ ਅਖੌਤੀ ਦਸ਼ਮ ਗ੍ਰੰਥ ਵਿੱਚ ਇਹ ਪਾਰਵਤੀ ਜਿਹੜੀ ਇਹੀ ਦੁਰਗਾ, ਇਹਦਾ ਉੱਤਰ ਹੈ ਹਾਂ। ਪਾਰਵਤੀ ਨੂੰ ਹੀ ਦੁਰਗਾ ਅਤੇ ਹੋਰ ਕਈ ਨਾਮਾਂ ਨਾਲ ਲਿਖਿਆ ਗਿਆ ਹੈ। ਇੰਦਰ, ਜਿਸ ਦਾ ਰਾਜ ਦੈਂਤ ਖੋਹ ਲੈਂਦੇ ਹਨ ਅਤੇ ਉਸ ਨੂੰ ਮਾਰਕੰਡੇ ਪੁਰਾਣ ਦੀ ਕਹਾਣੀ ਅਨੁਸਾਰ ਇੰਦਰਪੁਰੀ ਵਿੱਚੋਂ ਬਾਹਰ ਕੱਢ ਦਿੰਦੇ ਹਨ। ਆਪਣੀ ਫਰਿਆਦ ਲੈ ਕੇ ਦੇਵਤਿਆਂ ਸਮੇਤ ਕਿੱਥੇ ਜਾਂਦਾ ਹੈ? ਕੈਲਾਸ਼ ਪਰਬਤ ਉੱਤੇ ਜਾਂਦਾ ਹੈ, ਜਿੱਥੇ ਸ਼ਿਵ ਅਤੇ ਪਾਰਵਤੀ ਦਾ ਨਿਵਾਸ ਮੰਨਿਆ ਜਾਂਦਾ ਹੈ। ਕੈਲਾਸ਼ ਪਰਬਤ ਉੱਤੇ ਉਡੀਕ ਕਰਦਿਆਂ ਇੱਕ ਦਿਨ ਦੇਵੀ ਇਸ਼ਨਾਨ ਕਰਨ ਲਈ ਬਾਹਰ ਨਿਕਲਦੀ ਹੈ, ਜਿਸ ਕੋਲ ਇੰਦਰ ਆਪਣਾ ਰਾਜ ਖੋਏ ਜਾਣ ਦਾ ਰੋਣਾ ਰੋਂਦਾ ਹੈ। ਸੋ ਇਹ ਗੱਲ ਕੈਲਾਸ਼ ਪਰਬਤ ਦੀ ਹੈ, ਕਿਉਂਕਿ ਮਾਰਕੰਡੇ ਪੁਰਾਣ ਦੀ ਇਹ ਕਹਾਣੀ ਹੈ ਕਿ ਇੰਦਰ ਦਾ ਰਾਜ ਜਦੋਂ ਖੋਇਆ ਜਾਂਦਾ ਹੈ ਦੈਂਤਾ ਵੱਲੋਂ, ਤਾਂ ਉਹ ਕਿੱਥੇ ਚੜ੍ਹਦਾ ਹੈ? ਕੈਲਾਸ਼ ਪਰਬਤ ਤੋਂ ਚੜ੍ਹਦਾ ਹੈ। ਕੈਲਾਸ਼ ਪਰਬਤ ਉੱਤੇ ਸ਼ਿਵ ਤੇ ਪਾਰਵਤੀ ਰਹਿੰਦੇ ਹੈ, ਅਤੇ ਉੱਥੇ ਜਾ ਕੇ ਉਹਨਾਂ ਦੇ ਨਿਵਾਸ ਤੋਂ ਬਾਹਰ ਇਹ ਆਪਣੇ ਦੇਵਤਿਆਂ ਨਾਲ ਉਡੀਕ ਕਰਨ ਲੱਗਦਾ ਵੀ ਕਦੋਂ ਕੋਈ ਬਾਹਰ ਨਿਕਲਦਾ ਤਾਂ ਮੈਂ ਆਪਣੀ ਜਿਹੜੀ ਗੱਲ ਹੈ ਰਾਜ ਖੋਹਣ ਦੀ ਉਸ ਕੋਲ ਰੱਖਾਂ। ਅਤੇ ਇਹ ਨਿਕਲਦੀ ਕੌਣ ਹੈ? ਪਾਰਵਤੀ ਨਿਕਲਦੀ ਹੈ, ਸ਼ਿਵ ਜੀ ਨਹੀਂ ਨਿਕਲਦੇ, ਪਾਰਵਤੀ ਬਾਹਰ ਨਿਕਲਦੀ ਹੈ। ਇਹਦਾ ਅੱਗੇ ਜਾ ਕੇ ਜ਼ਿਕਰ ਹੈ ਪ੍ਰਮਾਣ ਵਜੋਂ। ਦੇਖੋ ਦੋਹਰਾ, ਅਗਨਤ ਮਾਰੇ ਗਨੈ ਕੋ ਭੱਜੇ, ਜੋ ਸੁਰ ਕਰ ਤਰਾਸ, ਧਾਰ ਧਿਆਨ ਮਨ ਸ਼ਿਵਾ ਕੋ, ਤੱਕੀ ਪੁਰੀ ਕੈਲਾਸ਼। ਜਦੋਂ ਬਹੁਤ ਸਾਰੇ ਦੇਵਤਿਆਂ ਨੂੰ ਭਜਾ ਦਿੱਤਾ ਦੈਂਤਾਂ ਨੇ, ਤੇ ਇਹ ਹਾਰ ਕੇ ਫਿਰ ਕਿੱਥੇ ਚੱਲੇ ਆ? ਇਹ ਧਾਰ ਧਿਆਨ ਮਨ ਸ਼ਿਵਾ, ਸ਼ਿਵਾ ਦਾ ਧਿਆਨ ਧਰ ਕੇ ਇਹਨਾਂ ਨੇ ਕੈਲਾਸ਼ਪੁਰੀ ਜਾਣ ਦਾ ਫੈਸਲਾ ਕਰ ਲਿਆ। ਕੈਲਾਸ਼ ਪਰਬਤ ਉੱਤੇ ਸ਼ਿਵਾ ਦਾ ਧਿਆਨ ਇਹਨਾਂ ਧਰਿਆ। ਸ਼ਿਵਾ ਦਾ ਮਤਲਬ ਹੈ ਦੁਰਗਾ। ਅੱਗੇ ਆ ਜਾਏਗਾ ਦੋਹਰਾ, ਦੇਵਨ ਕੋ ਧਨ ਧਾਮ, ਸਭ ਦੈਂਤਨ ਲਿਓ ਸ਼ਨਾਏ। ਤੋ ਦੈਂਤਾਂ ਨੇ ਸਾਰਾ ਕੁਝ ਖੋਹ ਲਿਆ ਇਹਨਾਂ ਦਾ ਜਿਹੜਾ ਸਵਰਗ ਦਾ ਰਾਜ ਸੀ ਇੰਦਰ ਦਾ। ਇਹ ਮਾਰਕੰਡੇ ਪੁਰਾਣ ਦੀ ਮਿਥਿਹਾਸਿਕ ਕਥਾ ਹੈ। ਦਏ ਕਾਢ ਸੁਰ ਧਾਮ ਤੇ ਬਸੇ ਸ਼ਿਵਪੁਰੀ ਜਾਏ। ਤੋ ਦੇਵਤੇ ਨੂੰ ਕੱਢ ਦਿੱਤਾ ਉਹਨਾਂ ਦੇ ਸਵਰਗ ਵਿੱਚੋਂ, ਤੇ ਦੇਵਤੇ ਕਿਤੇ ਚਲੇ ਗਏ? ਸ਼ਿਵਪੁਰੀ ਚਲੇ ਗਏ। ਸ਼ਿਵਪੁਰੀ ਕੈਲਾਸ਼ ਪਰਬਤ ਉੱਤੇ। ਆਪਾਂ ਇਹ ਦੇਖ ਰਹੇ ਹਾਂ ਕਿ ਦੁਰਗਾ ਜਿਹੜੀ ਹੈ ਇਹ ਪਾਰਵਤੀ ਹੈ ਜਾਂ ਹੋਰ ਕੁਛ ਹੈ। ਦੋਹਰਾ, ਕਿਤਕ ਦਿਵਸ ਬੀਤੇ ਨਾਵਨ ਨਿਕਸੀ ਦੇਵ, ਵਿਧੀ ਪੂਰਵ ਸਭ ਦੇਵਤਨ ਕਰੀ ਦੇਵ ਕੀ ਸੇਵ। ਇਹ ਪੰਨਾ ਦਸ਼ਮ ਗ੍ਰੰਥ ਦਾ ਛੇਤਰ ਹੈ, ਜਿੱਥੋਂ ਇਹ ਗੱਲਬਾਤ ਚੱਲ ਰਹੀ ਹੈ, ਤੇ ਹਰ ਕੋਈ ਦਸ਼ਮ ਗ੍ਰੰਥ ਨੂੰ ਖੋਲ੍ਹ ਕੇ ਇਹ ਦੇਖ ਸਕਦਾ ਵੀ ਗੱਲਾਂ ਉੱਥੇ ਲਿਖੀਆਂ ਹੋਈਆਂ ਹਨ। ਪੰਨਾ 76 ਹੈ, ਤੇ ਇਹ ਜਿਹੜੇ ਛੰਦ ਰਮਰ ਚੱਲ ਰਹੇ ਹਨ 19, 20 ਤੇ 21 ਇਹ ਮੈਂ ਪੜ੍ਹੇ ਹਨ।
ਕਹਿੰਦੇ ਕਿੰਨੇ ਦਿਨ ਬੀਤ ਗਏ ਉਡੀਕਦਿਆਂ ਨੂੰ, ਤੇ ਨਾਵਣ ਨਿਕਸੀ, ਨਿਕਸੀ ਮੈਂ ਨਿਕਲੀ, ਨਿਕਲੀ ਦਾ ਮਤਲਬ ਹੈ ਔਰਤ ਨਿਕਲੀ, ਪਾਰਵਤੀ ਨਿਕਲੀ। ਕਈ ਦਿਨ ਉਡੀਕਦਿਆਂ ਉਡੀਕਦਿਆਂ ਪਾਰਵਤੀ ਨਿਕਲੀ ਬਾਹਰ। ਕੀ ਕਰਨ ਨਿਕਲੀ? ਨਹਾਉਣ ਵਾਸਤੇ। ਤੋ ਕਵੀ ਇਹ ਲਿਖਦਾ ਵੀ ਜਿੱਦਾਂ ਪਾਰਵਤੀ ਰੋਜ਼ ਨਹਾਉਂਦੀ ਨਹੀਂ ਤੇ ਕਿਤੇ ਕਈ ਦਿਨ ਬੀਤ ਕੇ ਫੇਰ ਬਾਹਰ ਨਿਕਲੀ ਹੈ। ਦੇਵਤੇ ਜਿਹੜੇ ਆ ਉਹ ਉਡੀਕ ਰਹੇ। ਨਹਾਵਣ ਨਿਕਸੀ, ਨਿਕਸੀ ਮੈਂ ਨਿਕਲੀ। ਸੋ ਨਿਕਲੀ ਕੌਣ ਹੈ? ਪਾਰਵਤੀ, ਕਿਉਂਕਿ ਇਹ ਇਸਤਰੀ ਲਿੰਗ ਵਰਡ ਹੈ। ਨਿਕਸੀ ਨਿਕਲੀ, ਨਿਕਲਿਆ ਨਹੀਂ ਨਿਕਲੀ ਹੈ। ਤੋ ਦੇਵਤਿਆਂ ਨੇ ਫਿਰ ਆਪਣੀ ਜਿਹੜੀ ਕਹਾਣੀ ਹੈ ਉਹਨੂੰ ਦੱਸੀ ਵੀ ਸਾਡੇ ਨਾਲ ਕੀ ਬੀਤੀ ਹੈ। ਰੇਖਤਾ ਕਰੀ ਹੈ ਹਕੀਕਤ ਮਾਲੂਮ, ਖੁਦ ਦੇਵੀ ਸੇਤੀ, ਅੱਗੇ ਦੇਵੀ ਵਰਡ ਆ ਗਿਆ। ਇਹਦਾ ਮਤਲਬ ਪਾਰਵਤੀ ਬਾਹਰ ਨਿਕਲੀ ਹੈ, ਸ਼ਿਵ ਜੀ ਬਾਹਰ ਨਹੀਂ ਨਿਕਲਿਆ। ਦੇਵਤਿਆਂ ਦੇ ਕੋਲ ਦੇਵਤਿਆਂ ਦਾ ਰੋਣਾ ਸੁਣਨ ਵਾਸਤੇ ਦੇਵੀ ਆਈ ਹੈ। ਕਰੀ ਹੈ ਹਕੀਕਤ ਮਾਲੂਮ, ਖੁਦ ਦੇਵੀ ਸੇਤੀ, ਲਿਆ ਮੈਖਾਸੁਰ ਸ਼ੀਨ ਹਮਾਰਾ ਧਾਮ ਹੈ। ਇਹ ਰੋਂਦੇ ਪਿੱਟਦੇ ਕਹਿੰਦੇ ਹਨ ਕਿ ਮੈਖਾਸੁਰ ਦੈਂਤ ਨੇ ਸਾਡਾ ਧਾਮ ਨੇ ਟਿਕਾਣਾ, ਜਿਹੜਾ ਸੁਰਗਪੁਰੀ ਸਾਡਾ ਉੱਥੇ ਟਿਕਾਣਾ ਸੀ, ਉਹ ਖੋਹ ਲਿਆ ਆ। ਕੀਜੈ ਸੋਈ ਬਾਤ ਮਾਤ, ਤੁਮ ਕੋ ਸੁਹਾਤ, ਸਭ ਸੇਵ ਕੀ ਕਦੀਮ, ਤੱਕ ਆਏ ਤੇਰੀ ਸਾਮ ਹੈ। ਸੋ ਤੇਰੀ ਸ਼ਰਨ ਵਿੱਚ ਅਸੀਂ ਆਏ ਹਾਂ। ਤੇ ਇੱਥੇ ਮਾਤ ਵਰਡ ਵੀ ਵਰਤਿਆ ਦੇਵਤਿਆਂ ਨੇ। ਇਹ ਮਾਤਾ ਕੋਈ ਗੱਲ ਕਰੋ, ਕੋਈ ਕੰਮ ਕਰੋ। ਕੀਜੇ ਸੋਈ ਬਾਤ, ਉਹੀ ਗੱਲ ਕਰੋ ਜਿਹੜੀ ਤੁਹਾਨੂੰ ਸ਼ੋਭਦੀ ਹੈ। ਅਸੀਂ ਸਾਰੇ ਸੇਵਕ ਤੇਰੀ ਸ਼ਰਨ ਵਿੱਚ ਆਏ ਹਾਂ, ਸਾਡਾ ਰਾਜ ਖੋਹ ਲਿਆ ਗਿਆ ਹੈ। ਇਹ ਛੰਦ ਨੰਬਰ 22 ਹੈ। ਦੋਹਰਾ ਸੁਨਤ ਬਚਨ ਇਹ ਚੰਡਕਾ, ਮਨ ਮੈਂ ਉੱਠੀ ਰਸਾਏ। ਆਹ ਦੇਖ ਲਓ, ਹੁਣ ਚੰਡਕਾ ਵਰਡ ਫੇਰ ਆ ਗਿਆ। ਦੇਵਤੇ ਦੀ ਗੱਲ ਕੌਣ ਸੁਣ ਰਿਹਾ ਆ? ਸ਼ਿਵ ਜੀ ਨਹੀਂ ਸੁਣ ਰਿਹਾ, ਪਾਰਵਤੀ ਸੁਣ ਰਹੀ ਹੈ, ਜਿਸ ਨੂੰ ਇਹ ਦੇਵਤੇ ਮਾਤ ਵੀ ਕਹਿੰਦੇ ਹਨ, ਦੇਵੀ ਵੀ ਕਹਿੰਦੇ ਹਨ, ਤੇ ਇੱਥੇ ਚੰਡਕਾ ਵੀ ਕਹਿੰਦੇ ਹਨ। ਤੇ ਚੰਡਕਾ ਨੇ ਬਚਨ ਸੁਣੇ ਦੇਵਤਿਆਂ ਦੇ। ਮਨ ਮੈਂ ਉੱਠੀ ਰਸਾਏ, ਮਨ ਵਿੱਚ ਰੋਸ਼ ਪੈਦਾ ਹੋ ਗਿਆ। ਸਭ ਦੈਂਤਨ ਕੋ ਸ਼ੈ ਕਰੋ, ਬਸੋ ਸ਼ਿਵਪੁਰੀ ਜਾਏ। ਤੁਸੀਂ ਆਰਾਮ ਨਾਲ ਟਿਕੋ ਸ਼ਿਵਪੁਰੀ ਵਿੱਚ, ਮੈਂ ਦੈਂਤਾਂ ਦਾ ਨਾਸ਼ ਕਰਾਂਗੀ। ਇਹ ਬੰਦ ਨੰਬਰ 23 ਵਿੱਚ ਲਿਖਿਆ। ਸੋ ਕੈਲਾਸ਼ ਪਰਬਤ ਤੋਂ ਇੰਦਰ ਨੂੰ ਹੌਸਲਾ ਦੇਣ ਵਾਲੀ ਕੌਣ ਹੈ? ਪਾਰਵਤੀ ਹੈ, ਜੋ ਸ਼ਿਵਾ ਨਾਮ ਵਾਲੀ ਹੈ, ਜਿਹਦਾ ਨਾਮ ਸ਼ਿਵਾ ਵੀ ਹੈ ਤੇ ਸ਼ਿਵ ਦੀ ਪਤਨੀ ਹੈ। ਸੋ ਇਹੀ ਪਾਰਵਤੀ ਜਿਹੜੀ ਹੈ ਫਿਰ ਦੁਰਗਾ ਦੇ ਨਾਂ ਥੱਲੇ ਇਹ ਦੈਂਤਾਂ ਨਾਲ ਲੜਦੀ ਹੈ। ਉਦੋਂ ਇਹਦਾ ਨਾਂ ਦੁਰਗਾ ਹੁੰਦਾ, ਜਦੋਂ ਲੜਦੀ ਹੈ ਦੁਰਗਾ ਕਿਹਾ ਜਾਂਦਾ। ਵਾਰ-ਵਾਰ ਦੁਰਗਾ ਦਾ ਜ਼ਿਕਰ ਆਉਂਦਾ। 3 ਕਹਾਣੀਆਂ ਜਿਹੜੀਆਂ, ਕਹਾਣੀ ਇੱਕੋ ਹੀ ਆ ਪਰ 3 ਵਾਰ ਲਿਖੀ ਗਈ ਹੈ। ਚੰਡੀ ਚਰਿੱਤਰ ਉਕਤ ਬਿਲਾਸ, ਦੂਜਾ ਚੰਡੀ ਚਰਿੱਤਰ, ਤੀਜਾ ਵਾਰ ਦੁਰਗਾ ਕੀ, ਜਿਹਦਾ ਧੋਖੇ ਨਾਲ ਨਾਂ ਰੱਖਿਆ ਗਿਆ। ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ 10ਵੀਂ। ਇਹ ਧੋਖਾ ਕੇਨ ਕੀਤਾ। ਜਿਹੜੀ ਗੁਰਮਤਿ ਗ੍ਰੰਥ ਪ੍ਰਚਾਰਕ ਸਭਾ ਸੀ, ਜਿਸ ਨੇ ਦਸ਼ਕਨਾਥ ਨੂੰ ਬਣਾਇਆ, ਉਹਨਾਂ ਨੇ ਵਾਰ ਦੁਰਗਾ ਕੀ ਦਾ ਸਿਰਲੇਖ ਜਿਹੜਾ ਸੀ ਬਦਲ ਕੇ ਰੱਖ ਦਿੱਤਾ, ਵਾਰ ਸ਼੍ਰੀ ਭਗਵਤੀ ਜੀ ਕੀ, ਤੇ ਨਾਲ ਲਿਖਤਾ ਪਾਤਸ਼ਾਹੀ 10ਵੀਂ। ਉਹਨੀ ਇਹ ਹੇਰਾਫੇਰੀ ਕੀਤੀ ਹੈ। ਸੋ ਅਸਲ ਵਾਰ ਦੁਰਗਾ ਕੀ ਹੈ, ਜਿਹਦਾ ਨਾਂ ਅੱਜ ਕੱਲ੍ਹ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ 10ਵੀਂ ਦਸ਼ਗ੍ਰੰਥ ਵਿੱਚ ਉਹਨਾਂ ਨੇ ਬਦਲ ਕੇ ਲਿਖ ਦਿੱਤਾ। ਤੇ ਉੱਦਾਂ ਕਹਿ ਰਹੇ ਹਨ ਇਹ ਜੀ ਗੁਰੂ 10ਵੇਂ ਪਾਤਸ਼ਾਹ ਦੀ ਰਚਨਾ ਹੈ। ਜੇ 10ਵੇਂ ਪਾਤਸ਼ਾਹ ਰਚਨਾ ਹੁੰਦੀ ਤਾਂ ਇਹ ਗੁਰੂ ਗ੍ਰੰਥ ਸਾਹਿਬ ਵਿੱਚ ਹੋਣੀ ਸੀ। ਅੱਛਾ, ਜੇ ਰਚਨਾ 10ਵੇਂ ਪਾਤਸ਼ਾਹ ਦੀ ਹੁੰਦੀ ਤਾਂ ਤੁਹਾਨੂੰ ਕਿਹਨੇ ਹੱਕ ਦਿੱਤਾ ਤੁਸੀਂ ਇਹਦਾ ਹੈਡਿੰਗ ਬਦਲ ਦਿਓ? ਗੁਰੂ ਦੀ ਬਾਣੀ ਦਾ ਤਾਂ ਇੱਕ ਅੱਖਰ ਵੀ ਬਦਲਿਆ ਨਹੀਂ ਜਾ ਸਕਦਾ, ਤੁਸੀਂ ਸਾਰਾ ਹੈਡਿੰਗ ਬਦਲ ਕੇ ਰੱਖ ਦਿੱਤਾ। ਇੱਥੋਂ ਸਪਸ਼ਟ ਹੋ ਜਾਂਦਾ ਹੈ ਕਿ ਇਹ ਰਚਨਾਵਾਂ ਜਿਹੜੀਆਂ ਇਹ ਗੁਰੂਕ੍ਰਿਤ ਨਹੀਂ ਹਨ। ਇਹਨਾਂ ਨੂੰ ਬਦਲ ਕੇ ਜਿੱਦਾਂ ਮਰਜ਼ੀ ਕੋਈ ਲਿਖ ਸਕਦਾ ਹੈ, ਔਰ ਇਹ ਨਹੀਂ ਲਿਖਿਆ। ਸਪਸ਼ਟ ਹੋ ਗਿਆ ਕਿ ਇਹੀ ਪਾਰਵਤੀ ਦੁਰਗਾ, ਸ਼ਿਵਾ, ਦੁਰਗਸ਼ਾ, ਭਵਾਨੀ ਆਦਿ ਕਈ ਨਾਵਾਂ ਨਾਲ, ਦੈਂਤਾਂ ਨਾਲ ਲੜਦੀ ਹੈ, ਜਿੱਤ ਪ੍ਰਾਪਤ ਕਰਦੀ ਹੈ ਅਤੇ ਇੰਦਰ ਨੂੰ ਮੁੜ ਰਾਜ ਸਿੰਘਾਸਣ ਉੱਤੇ ਬਿਠਾਉਂਦੀ ਹੈ।
ਗਿਆਨ ਦਾ ਇੰਨਾ ਭੰਡਾਰ ਹੁੰਦਿਆਂ ਪਤਾ ਨਹੀਂ ਕਿਉਂ ਨਹੀਂ ਸਮਝਿਆ ਜਾ ਰਿਹਾ ਕਿ ਦੁਰਗਾ ਦੇਵੀ ਲੋਕ ਮਾਤਾ, ਜਗ ਮਾਤਾ, ਜਗ ਮਾਈ, ਭਵਾਨੀ, ਚੰਡਕਾ, ਕਾਲਕਾ ਆਦਿਕ ਨਾਂ ਪਾਰਵਤੀ ਦੇ ਹੀ ਹਨ, ਜਿਸ ਬਾਰੇ ਜਪਜੀ ਦੀ 5ਵੀਂ ਪੌੜੀ ਵਿੱਚ ਸਪਸ਼ਟ ਕਰ ਦਿੱਤਾ ਗਿਆ ਹੈ ਕਿ ਪਾਰਵਤੀ ਸਿੱਖਾਂ ਦੀ ਗੁਰੂ ਨਹੀਂ ਹੈ। ਸਿੱਖਾਂ ਦਾ ਸੰਬੰਧ ਕੋਈ ਪਾਰਵਤੀ ਨਾਲ ਨਹੀਂ ਹੈ ਕਿ ਇਸ ਨੂੰ ਜਪਿਆ ਜਾਵੇ ਜਾਂ ਇਹ ਕੋਈ ਰੱਬ ਹੈ ਜਾਂ ਇਹ ਸਿੱਖਾਂ ਦੀ ਕੋਈ ਮਾਂ ਹੈ। ਐਸੀ ਕੋਈ ਗੱਲ ਨਹੀਂ ਹੈ। ਇਸ ਦੇਵੀ ਨਾਲ ਸਿੱਖ ਜਗਤ ਦਾ ਕੋਈ ਲੈਣਾ ਦੇਣਾ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਹੀ, ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਸਿੱਖਾਂ ਲਈ ਗੁਰੂ ਹੈ, ਹੋਰ ਕੋਈ ਦੇਵੀ ਜਾਂ ਦੇਵਤਾ ਨਹੀਂ ਹੈ। ਤੋ ਇਸ ਤਰ੍ਹਾਂ ਇਹ ਜੋ ਆਰਟੀਕਲ ਪੋਸਟ ਹੋਇਆ ਸੀ ਖਾਲਸਾ ਨਿਊਜ਼ ਉੱਤੇ, ਇਹਦੇ ਸ਼ੇਅਰ ਲਗਭਗ 47 ਇਹਦੇ ਸ਼ੇਅਰ ਹੋਏ। 9 ਟਿੱਪਣੀਆਂ ਸਾਰਥਕ ਜਿਹੜੀਆਂ ਲਿਖੀਆਂ ਹਨ ਅਤੇ 66 ਲੋਕਾਂ ਨੇ ਇਸ ਨੂੰ 88 ਲੋਕਾਂ ਨੇ ਇਸ ਨੂੰ ਲਾਈਕ ਕੀਤਾ। 47 ਸ਼ੇਅਰ ਬਣੇ ਇਸ ਆਰਟੀਕਲ ਦੇ ਅਤੇ ਬਹੁਤ ਸਾਰੀਆਂ ਟਿੱਪਣੀਆਂ ਇਹਦੇ ਉੱਪਰ ਲੋਕਾਂ ਨੇ ਕੀਤੀਆਂ। ਤੋ ਇਸ ਤਰ੍ਹਾਂ ਇਹ ਸਾਨੂੰ ਜਾਣਕਾਰੀ ਮਿਲਦੀ ਹੈ ਕਿ ਜਪਜੀ ਦੀ 5ਵੀਂ ਪੌੜੀ ਮਹਾਕਾਲ ਅਤੇ ਦੁਰਗਾ ਪਾਰਵਤੀ ਨੂੰ ਰੱਦ ਕਰਦੀ ਹੈ। ਇਹ ਸਿੱਖਾਂ ਦੇ ਕੋਈ ਨੇੜੇ ਨਹੀਂ, ਨਾ ਹੀ ਸਿੱਖਾਂ ਨਾਲ ਇਹਨਾਂ ਦਾ ਕੋਈ ਲੈਣ ਦੇਣ ਹੈ, ਨਾ ਹੀ ਮਹਾਕਾਲ ਸਿੱਖਾਂ ਲਈ ਰੱਬ ਹੈ, ਨਾ ਹੀ ਦੁਰਗਾ ਪਾਰਵਤੀ ਸਿੱਖਾਂ ਲਈ ਮਾਂ ਹੈ। ਤੋ ਇੱਥੇ ਸਮਾਪਤੀ ਭੁੱਲਾਂ ਦੀ ਖਿਮਾ, ਫਤਿਹ ਦੀ ਸਾਂਝ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।